ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿ ਨਿਰਮਲ ਕਰਨੀ। ਸਾਧ ਸੰਗਤ ਕੇ ਅੰਚਲ ਲਾਓ, ਬਿਕਮ ਨਦੀ ਜਾਏ ਤਰਨੀ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਪੌੜੀ। ਇਹ ਜਗ ਆਪ ਉਪਾਇਨ, ਕਰ ਚੋਜ ਵਿਡਾਨ। ਪੰਚ ਧਾਤ ਵਿੱਚ ਪਾਈਨ, ਮੋਹ ਝੂਠ ਗੁਮਾਨ। ਇਹ ਜਗ ਆਪ ਉਪਾਇਨ, ਕਰ ਚੋਜ ਵਿਡਾਨ। ਪੰਚ ਧਾਤ ਵਿੱਚ ਪਾਈਨ, ਮੋਹ ਝੂਠ ਗੁਮਾਨ। ਆਵੈ ਜਾਏ ਪਵਾਈ ਹੈ, ਮਨ ਮੁਖ ਅਗਿਆਨ। ਇਕ ਨਾ ਆਪ ਬੁਝਾਇਓਨ, ਗੁਰਮੁਖ ਹਰਿ ਗਿਆਨ। ਭਗਤ ਖਜ਼ਾਨਾ ਬਖਸ਼ਿਓਨ, ਹਰਿ ਨਾਮ ਨਿਧਾਨ। ਇਕ ਨਾ ਆਪ ਬੁਝਾਇਓਨ, ਗੁਰਮੁਖ ਹਰਿ ਗਿਆਨ। ਭਗਤ ਖਜ਼ਾਨਾ ਬਖਸ਼ਿਓਨ, ਹਰਿ ਨਾਮ ਨਿਧਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼। ਸ਼ਾਮ ਸਮੇਂ ਅਸੀਂ ਸਤਸੰਗਤ ਦੇ ਪਲ ਪ੍ਰਾਪਤ ਕੀਤੇ ਨੇ। ਆਪ ਗੁਰਬਾਣੀ ਕੀਰਤਨ ਸਰੋਤ ਕਰ ਰਹੇ ਸੀ। ਹੁਣ ਸਮਾਂ ਹੈ ਗੁਰ ਸ਼ਬਦ ਵਿਆਖਿਆ ਦਾ, ਜਿਸ ਵਾਸਤੇ ਸੂਹੀ ਕੀ ਵਾਰ ਮਹੱਲਾ ਤੀਜਾ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਬਖਸ਼ਿਸ਼ ਵਾਰ ਰੂਪ ਬਾਣੀ ਉਹ ਸਾਨੂੰ ਪ੍ਰਾਪਤ ਹੈ। ਲਗਾਤਾਰਤਾ ਦੇ ਨਾਲ ਪੌੜੀ ਬਾ ਪੌੜੀ, ਸਲੋਕ ਬਾ ਸਲੋਕ ਵਿਚਾਰਦੇ ਹਾਂ। ਅਸੀਂ ਅੱਜ 4 ਨੰਬਰ ਪੌੜੀ 'ਤੇ ਹਾਂ। ਇਹਦੇ ਨਾਲ ਲੱਗਦੇ 2 ਸਲੋਕ, ਇੱਕ ਗੁਰੂ ਅਮਰਦਾਸ ਸਾਹਿਬ ਜੀ ਦੀ ਆਪਣੀ ਰਚਨਾ ਸੀ, ਦੂਸਰਾ ਗੁਰੂ ਨਾਨਕ ਸਾਹਿਬ ਦੇ ਪਹਿਲੇ ਜਾਮੇ ਦਾ ਉਚਰਿਤ ਕੀਤਾ ਬਚਨ ਸੀਗਾ। ਇਹ ਦੋਨੋਂ ਅਸੀਂ ਵਿਚਾਰ ਲਏ ਨੇ। ਹੁਣ ਆਪ ਜੀ ਨੇ ਪੌੜੀ ਦਾ ਪਾਠ ਸਰਵਨ ਕੀਤਾ ਹੈ। ਗੁਰੂ ਅਮਰਦਾਸ ਸਾਹਿਬ ਜੀ ਦੀ ਜੋ ਨਵਾਜ਼ਿਸ਼ ਹੈ, ਉਹਦੀ ਹੀ ਵਿਆਖਿਆ ਵਿਵੇਚਨਾ ਦੇ ਨਾਲ ਅਸੀਂ ਸਾਂਝ ਪਾਵਾਂਗੇ। ਬਚਨ ਹੈ, ਇਹ ਜਗ ਆਪ ਉਪਾਇਓਨ, ਕਰ ਚੋਜ ਵਿਡਾਨ। ਪੰਚ ਧਾਤ ਵਿੱਚ ਪਾਈਨ, ਮੋਹ ਝੂਠ ਗੁਮਾਨ। ਇਹ ਜਗ ਆਪ ਉਪਾਈਨ। ਜੀਵਨ, ਮਨੁੱਖੀ ਜੀਵਨ ਜਿਸ ਨੂੰ ਅਸੀਂ ਜੀ ਰਹੇ ਹਾਂ, ਐਕਚੁਅਲ ਲੈਵਲ 'ਤੇ ਬੰਦਾ ਜੇ ਬੜੇ ਧਿਆਨ ਨਾਲ ਦੇਖੇ ਤੇ ਸਾਡੇ ਲਈ ਸਮੱਸਿਆਵਾਂ ਨੇ, ਕੰਮ ਦੀਆਂ,
ਸਾਡੇ ਲਈ ਸਮੱਸਿਆਵਾਂ ਨੇ ਆਲੇ ਦੁਆਲੇ ਦੀਆਂ, ਅਸੀਂ ਉਹਨਾਂ ਸਾਰਿਆਂ ਨੂੰ ਨਜਿੱਠਦੇ ਹਾਂ। ਮਤਲਬ ਪਰਿਵਾਰ ਐਵੇਂ ਚੱਲੇ, ਕੰਮ ਐਵੇਂ ਚੱਲੇ, ਫਲਾਂ ਚੀਜ਼ ਐਵੇਂ ਚੱਲੇ। ਪਰ ਆਪ ਦੇਖੋ, ਜਿੰਨੀ ਦੇਰ ਤੱਕ ਕੋਈ ਇਸ਼ੂ ਨਾ ਆਵੇ, ਜਿੰਨੀ ਦੇਰ ਤੱਕ ਕੋਈ ਸਰਫੇਸ 'ਤੇ ਸਾਨੂੰ ਪਤਾ ਨਾ ਲੱਗੇ, ਭਾਵੇਂ ਸਾਡਾ ਬਾਇਓਲੋਜੀਕਲ ਸਟਰਕਚਰ ਹੈ, ਫਿਜ਼ੀਕਲ ਹੈਲਥ ਦੀ ਗੱਲ ਕਰ ਲਓ ਜਾਂ ਮੈਂਟਲ ਹੈਲਥ ਦੀ ਗੱਲ ਕਰ ਲਓ, ਬੰਦੇ ਨੂੰ ਉਹ ਚੀਜ਼ ਇਤਨੀ ਆਟੋ ਆਪਰੇਟਿੰਗ ਵੇ ਨਾਲ ਚੱਲ ਰਹੀ ਹੈ ਕਿ ਅਹਿਸਾਸ ਹੀ ਨਹੀਂ। ਬੰਦਾ ਇਸ ਗੱਲ 'ਤੇ ਫਿਕਰਮੰਦ ਹੁੰਦਾ ਆ ਕਿ ਆਖਰਕਾਰ ਆਹ ਕੰਮ ਨਹੀਂ ਹੋਇਆ, ਆਹ ਕੰਮ ਨਹੀਂ ਹੋਇਆ। ਉਹਨੂੰ ਇਸ ਗੱਲ ਦਾ ਫਿਕਰ ਨਹੀਂ ਹੈਗਾ ਆਮ ਹਾਲਤਾਂ ਦੇ ਵਿੱਚ ਕਿ ਜੋ ਖਾਣਾ ਖਾਧਾ ਸੀ ਹਜਮ ਹੋ ਗਿਆ, ਲੀਵਰ ਸਹੀ ਤਰ੍ਹਾਂ ਕੰਮ ਕਰ ਰਿਹਾ, ਹਾਰਟ ਪੰਪ ਕਰ ਰਿਹਾ, ਲੰਗਸ ਕੰਮ ਕਰ ਰਹੇ ਨੇ, ਕਿਡਨੀਆਂ ਜਿਹੜੀਆਂ ਨੂੰ ਆਪਣਾ ਕੰਮ ਕਰ ਰਹੀਆਂ ਨੇ, ਜਾਂ ਹੱਥ ਪੈਰ, ਅੱਖਾਂ ਕੰਨ ਮੂੰਹ ਨੱਕ। ਆਮ ਹਾਲਤਾਂ ਇਹ ਤਾਂ ਪਤਾ ਹੀ ਨਹੀਂ ਬੰਦੇ ਨੂੰ, ਜਦੋਂ ਹੈਲਦੀ ਬੰਦਾ ਸਿਚੁਏਸ਼ਨ ਦੇ ਵਿੱਚ। ਹਾਂ, ਜਦੋਂ ਕਿਤੇ ਅਨਹੈਲਦੀ ਸਿਚੁਏਸ਼ਨ ਹੁੰਦੀ ਹੈ ਫਿਰ ਡੈਫੀਨੇਟਲੀ ਉਸ ਪਾਸੇ ਧਿਆਨ ਜਾਂਦਾ ਹੈ। ਅਦਰਵਾਈਜ਼ ਇਤਨਾ ਆਟੋ ਆਪਰੇਟਿੰਗ ਵੇ ਨਾਲ ਹੈ ਮਦਰ ਨੇਚਰ ਨੇ ਇਹਨੂੰ ਬਿਲਡ ਕੀਤਾ ਕਿ ਬੰਦਾ ਹੋਰ ਸਾਰੇ ਕਾਸੇ ਦਾ ਭਾਰ ਮੋਢਿਆਂ 'ਤੇ ਚੱਕ ਕੇ ਤੁਰਿਆ ਫਿਰਦਾ। ਫਲਾਣਾ ਕੰਮ ਨਹੀਂ ਹੋਇਆ, ਆਹ ਚੀਜ਼ ਨਹੀਂ ਹੋਈ, ਇਸ ਤਰ੍ਹਾਂ ਨਹੀਂ ਹੋਇਆ। ਇਸ ਤਰੀਕੇ ਦੀ ਕੁਦਰਤ ਨੇ ਇਹ ਰਚਨਾ ਰਚੀ ਹੈ। ਫਿਰ ਇਕੱਲਾ ਪਿੰਡ ਨਹੀਂ, ਇਹ ਪਿੰਡ ਜਿਹਨੂੰ ਅਸੀਂ ਪੰਜਾਬੀ 'ਚ ਪਿੰਡਾ ਕਹਿ ਦਿੰਦੇ ਹਾਂ, ਐਕਚੁਅਲੀ ਪਿੰਡ, ਇਹ ਸਾਰਾ ਬ੍ਰਹਿਮੰਡ ਵੀ ਇਸੇ ਤਰੀਕੇ ਨਾਲ ਹੀ ਹੈ। ਗੁਰੂ ਮਹਾਰਾਜ ਦੀ ਬਾਣੀ 'ਚ ਸ਼ਬਦ ਪੜ੍ਹਦੇ ਹਾਂ, ਜੋ ਬ੍ਰਹਿਮੰਡੇ ਸੋਈ ਪਿੰਡੈ, ਜੋ ਖੋਜੇ ਸੋ ਪਾਵੈ। ਬ੍ਰਹਿਮੰਡ ਤੇ ਪਿੰਡ ਇਹ ਦੋਨੋਂ ਦੋ ਡਿਫਰੈਂਟ ਯੂਨਿਟਸ ਨੇ, ਪਰ ਇਨਡੀਡ ਦੋਨਾਂ 'ਚ ਸਿਮਿਲਰਿਟੀਜ਼ ਨੇ। ਜਿਵੇਂ ਇਹ ਆਪਣੇ ਆਪ ਦਾ ਇੱਕ ਯੂਨੀਵਰਸ ਹੈ, ਇੱਕ ਛੋਟਾ ਯੂਨੀਵਰਸ ਆਪਰੇਟ ਹੋ ਰਿਹਾ, ਆਪਣੇ ਆਪ ਚੱਲ ਰਿਹਾ। ਬੰਦਾ ਹੁਣ ਤੇ ਇਸ ਤਰ੍ਹਾਂ ਹੈਗਾ ਕਿ ਸਾਡੇ ਬਾਹਰ ਦੀ ਦੁਨੀਆ, ਜਿਹਨੂੰ ਅਸੀਂ ਕਹਿ ਲਓ ਕਿ ਗੈਰ ਕੁਦਰਤੀ ਵਰਤਾਰਾ, ਜੇ ਸਪੋਜ਼ ਸਿੰਪਲ ਲੈਵਲ 'ਤੇ ਬਾਤ ਕਰੋ ਨਾ, ਮਦਰ ਨੇਚਰ ਨੂੰ ਧਿਆਨ ਨਾਲ ਦੇਖੋ, ਕਿਉਂਕਿ ਕੁਦਰਤ ਨਾਲ ਆਤਮਸਾਤ ਹੋਣਾ ਹੀ ਗੁਰਮਤਿ ਆਸ਼ੇ ਮੁਤਾਬਕ ਬ੍ਰਹਮ ਗਿਆਨ ਦੀ ਪਹਿਲੀ ਪੌੜੀ ਹੈ। ਆਪਾਂ ਨਾਰਥ ਅਮਰੀਕਾ 'ਚ ਰਹਿੰਦੇ ਹਾਂ। ਨਾਰਥ ਅਮਰੀਕਨ ਖਾਸ ਕਰਕੇ ਇਹ ਅਪਰ ਨਾਰਥ ਪਾਰਟ ਜਿਹੜਾ ਸਾਡੇ ਤੋਂ ਉੱਤੇ ਜਾਂਦਾ ਹੈ, ਇਹਦੇ 'ਚ ਇਹ ਨਹੀਂ ਹੈਗਾ ਕਿ ਇੱਥੇ ਬਨਸਪਤੀ ਨਹੀਂ ਹੈਗੀ। ਦੁਨੀਆ ਦਾ ਸਭ ਤੋਂ ਵੱਡਾ ਜ਼ਿਆਦਾ ਇਲਾਕਾ ਜਿੱਥੇ ਦਰਖਤ ਨੇ ਉਹ ਰਸ਼ੀਆ ਅਤੇ ਕੈਨੇਡਾ ਦੇ ਕੋਲ ਹੈ। ਇਹ ਰਿਐਲਿਟੀ ਹੈ। ਹਾਂ, ਇਹਦੀ ਕਿਉਂਕਿ ਇਹਨਾਂ ਦੇ 'ਚ ਗਰੀਨਰੀ ਸਾਲ ਦੇ ਵਿੱਚ ਬਹੁਤ ਥੋੜ੍ਹਾ ਸਮਾਂ ਰਹਿੰਦੀ ਹੈ, ਇਸ ਕਰਕੇ ਇਹ ਉਸ ਲੈਵਲ 'ਤੇ ਆਕਸੀਜਨ ਪ੍ਰੋਡਿਊਸਰ ਨਹੀਂ ਹੈਗੇ। ਜਿਹੜਾ ਆਕਸੀਜਨ ਪ੍ਰੋਡਿਊਸਰ ਏਰੀਆ ਹੈ ਉਹ ਐਮਾਜੋਨ ਹੀ ਹੈ। ਹਰ ਇੱਕ ਆਲਮੋਸਟ ਜਿਹੜਾ ਚੌਥਾ ਸਾਹ ਆ ਸਾਨੂੰ, ਉਹਨਾਂ ਦੇ ਜੰਗਲਾਂ ਦੀ ਆਕਸੀਜਨ ਹੀ ਆਉਂਦਾ ਹੈ। ਜਿਸ ਤਰੀਕੇ ਨਾਲ ਉਹ ਖਤਮ ਹੋ ਰਹੇ ਨੇ, ਹੁਣ ਤੇ ਲੋਕਾਂ ਨੂੰ ਪਤਾ ਲੱਗ ਰਿਹਾ ਨਾ ਵੀ ਵਾਟ ਇਜ਼ ਆਕਸੀਜਨ, ਆਕਸੀਜਨ ਹੈ ਕੀ ਹੈ। ਆਪ ਖਾਸ ਕਰਕੇ ਇੰਡੀਆ ਦੇ ਰੂਪ ਵਿੱਚ ਸਾਰਾ ਕੁਛ ਦੇਖ ਰਹੇ ਹੋ, ਸਭ ਚੀਜ਼ਾਂ ਦੇ ਉਸ ਤਰੀਕੇ ਦੇ ਨਾਲ। ਅਦਰਵਾਈਜ਼ ਬੰਦੇ ਨੂੰ ਤਾਂ ਲੱਗ ਰਿਹਾ ਸੀ ਲੈ ਇਹ ਤੇ ਬਸ ਕੋਈ ਗੱਲ ਹੈ ਹੀ ਨਹੀਂ ਗੀ। ਸਾਡੇ ਬੜੇ ਪਿਆਰੇ ਇੱਕ ਸੱਜਣ ਨੇ, ਟੀਚਰ ਨੇ ਅਸਲ 'ਚ, ਉਹ ਕਈ ਵਾਰੀ ਬਿਲਾਸ 'ਚ ਗੱਲ ਕਰਦੇ, ਕਹਿੰਦੇ ਕਿ ਸਾਨੂੰ ਅੱਜ ਦੀ ਦੁਨੀਆ ਦੇ ਵਿੱਚ ਬਹੁਤਾ ਫਿਕਰ ਕਿਸ ਚੀਜ਼ ਦਾ ਆ ਵੀ ਅਨਫੋਰਚੂਨੇਟਲੀ ਜਿਹੜੇ ਦਰਖਤ ਨੇ ਇਹ ਸਿਰਫ ਆਕਸੀਜਨ ਜਨਰੇਟ ਕਰਦੇ ਨੇ। ਅਨਫੋਰਚੂਨੇਟਲੀ ਜੇਕਰ ਦਰਖਤ ਵਾਈਫਾਈ ਸਿਗਨਲ ਦੇਣਾ ਸ਼ੁਰੂ ਕਰ ਦੇਣ, ਜੇ ਵਾਈਫਾਈ ਸਿਗਨਲ ਦਰਖਤਾਂ ਦੇ ਵਿੱਚੋਂ ਮਿਲਣਾ ਸ਼ੁਰੂ ਹੋ ਜਾਏ ਤੇ ਹਰ ਘਰ ਦੇ 'ਚ 2-2 4-4 ਇਕੱਠੇ ਲਾ ਲੈਣਗੇ ਲੋਕ, ਕਿਉਂਕਿ ਉਹਦੀ ਤਾਂ ਬੜੀ ਲੋੜ ਹੈ ਨਾ। ਆਕਸੀਜਨ ਦੀ ਕਿਹਨੂੰ ਕਹਿ ਰਿਹਾ, ਉਹ ਕਿਹੜੀ ਵੱਡੀ ਚੀਜ਼ ਹੈ ਕੋਈ। ਵੀ ਨੀਡ ਐਕਚੁਅਲੀ ਆਵਰ ਇੰਟਰਨੈਟ ਫੈਸਿਲਿਟੀਜ਼, ਵੀ ਨੀਡ ਵਾਈਫਾਈ। ਮਤਲਬ ਇੱਕ ਐਸੀ ਦੁਨੀਆ ਵਾਲੇ ਪਾਸੇ ਬੰਦਾ ਜਾ ਰਿਹਾ। ਬਿਲਾਸ ਕਰਦੇ ਹੋ, ਮਜ਼ਾਕ ਕਰਦੇ, ਵਿਅੰਗ ਕਰਦੇ ਹੋ, ਕਟਾਹ ਕਰਦੇ, ਉਹ ਟਾਉਂਟਿੰਗ ਕਰਦੇ ਸਾਡੇ ਉੱਤੇ, ਮਨੁੱਖਾਂ ਦੀ ਦੁਨੀਆ ਉੱਤੇ। ਹੁਣ ਇਹ ਰੂਪ ਜਿਹੜਾ ਆ ਇਹ ਨਿਹੋਰਾ ਦੇਣਾ ਵੀ ਸੱਚਾ ਬਣਦਾ, ਕਿਉਂਕਿ ਬੰਦੇ ਦੀ ਇਸ ਕਿਸਮ ਦੀ ਹਾਲਤ ਬਣ ਗਈ ਹੈ। ਖੈਰ, ਜਿਹੜੀ ਬੇਨਤੀ ਕਰ ਰਿਹਾ ਸੀਗਾ ਮੈਂ ਕਿ ਹੁਣ ਇੱਥੇ
इतना ਵੱਡਾ ਜੰਗਲ ਹੈ ਇਸ ਰੂਪ ਦੇ ਵਿੱਚ। ਆਪ ਸਾਲ ਦੇ ਵਿੱਚੋਂ 5-6 ਮਹੀਨੇ ਦੇਖਦੇ ਹੋ ਉਹ ਬਿਲਕੁਲ ਸੁੱਕਾ। ਮੈਂ ਕਈ ਵਾਰੀ ਬਿਲਾਸ 'ਚ ਕਹਿਣਾ ਕਿ ਕੋਈ ਬੰਦਾ ਅਕਤੂਬਰ ਨਵੰਬਰ ਜਾਂ ਫੈਬਰਵਰੀ ਮਾਰਚ ਦੇ ਸ਼ੁਰੂ ਦੇ ਵਿੱਚ ਆਵੇ ਇੱਥੇ ਕੈਨੇਡਾ ਦੇ ਵਿੱਚ ਜਾਂ ਨਾਰਥ ਅਮਰੀਕਾ ਸਟੇਟਸ ਦੇ ਉਰਲੇ ਪਾਸੇ ਡਿਟਰੋਇਟ ਤੋਂ ਉਰਲੇ ਨਾਲ ਲੱਗਦੇ, ਤੇ ਉਹ ਪਲੇਨ ਤੋਂ ਥੱਲੇ ਉਤਰ ਰਿਹਾ ਹੋਏ ਤੇ ਦੇਖੇ ਵੀ ਕਿਸ ਬੀਆਬਾਨ ਇਲਾਕੇ 'ਚ ਆ ਗਿਆ, ਸੁੱਕਾ ਸਾਰਾ ਕੁਛ ਪਿਆ, ਘਾਹ ਵੀ ਸੁੱਕਾ ਆ, ਬੂਟੇ ਵੀ ਸੁੱਕੇ ਨੇ। ਲੋਕੀ ਕਹਿੰਦੇ ਸੀ ਪ੍ਰੋਸਪੈਰਿਟੀ ਬੜੀ ਹੈ। ਭਾਈ ਪ੍ਰੋਸਪੈਰਿਟੀ ਕਿੱਥੇ ਹੈ? ਇੱਥੇ ਹੈ ਹੀ ਕੁਛ ਨਹੀਂ। ਹਾਂ, ਜਿਵੇਂ ਹੀ ਥੋੜਾ ਰੁੱਤ ਬਦਲੇਗੀ, ਸਮਾਂ ਬਦਲੇਗਾ, ਵਟ ਵੀ ਗੋਨਾ ਵਿਟਨੈਸ ਟੋਟਲ ਗ੍ਰੀਨਰੀ। ਜਿਵੇਂ ਅਸੀਂ ਜੂਨ ਜੁਲਾਈ ਦੇ ਨੇੜੇ ਜਾਵਾਂਗੇ, ਥੋੜਾ ਤੁਸੀਂ ਇੱਥੋਂ ਅਪਰ ਸਾਈਡ ਨੂੰ ਚਲੇ ਜਾਓ, ਮਸਕੋਕਾ, ਥੰਡਰ ਬੇ, ਅੱਗੇ ਜਿਹੜਾ ਹੈਗਾ ਨਾਰਥ ਪੋਲ ਵਾਲੀ ਸਾਈਡ ਨੂੰ, ਕਮਾਲ ਹੈ। ਬੰਦਾ ਕਹੇਗਾ ਸਵਰਗ ਇੱਥੇ ਹੈ, ਹੋਰ ਕਿੱਥੇ ਹੈ? ਇੰਨਾ ਖੂਬਸੂਰਤ, ਐਸੀਆਂ ਖੂਬਸੂਰਤ ਪਹਾੜੀਆਂ, ਵਾਦੀਆਂ, ਲੇਕਸ, ਗ੍ਰੀਨਰੀ, ਕਿਆ ਕਮਾਲ ਹੈ। ਇਹ ਕੀ ਹੈ? ਐਕਚੁਅਲ ਲੈਵਲ 'ਤੇ ਮਦਰ ਨੇਚਰ ਦਾ ਇੱਕ ਬਣਾਇਆ ਹੋਇਆ ਸਿਸਟਮ ਹੈ ਸਾਰਾ। ਉਸ ਸਿਸਟਮ ਦੇ ਵਿੱਚ ਉਹ ਰੁੱਤ ਆਉਂਦੀ ਹੈ ਆਟੋਮੈਟਿਕਲੀ। ਦਰਖਤਾਂ ਨੂੰ ਪਤਾ ਹੈ, ਬੂਟਿਆਂ ਨੂੰ ਪਤਾ ਹੈ, ਘਾਹ ਨੂੰ ਪਤਾ, ਹਰ ਚੀਜ਼ ਨੂੰ ਪਤਾ। ਜਿਵੇਂ ਵੈਦਰ ਚੇਂਜ ਹੋਇਆ, ਉਹਨਾਂ 'ਚ ਸਫੁੱਟ ਫੁੱਟਣੇ ਸ਼ੁਰੂ ਹੋ ਜਾਂਦੇ ਨੇ, ਅੰਕੁਰ ਹੋਣੇ ਸ਼ੁਰੂ ਹੋ ਜਾਂਦੇ ਨੇ, ਗਰੋਥ ਹੋਣੀ ਸ਼ੁਰੂ ਹੋ ਜਾਂਦੀ ਹੈ। ਜਿਵੇਂ ਹੀ ਵੈਦਰ ਚੇਂਜ ਹੁੰਦਾ, ਆਪਣੇ ਆਪ ਨੂੰ, ਜਿਹਨੂੰ ਹਾਈਬਰਨੇਸ਼ਨ ਕਹਿੰਦੇ ਹਾਂ ਅਸੀਂ, ਆਪਣੇ ਆਪ ਨੂੰ ਲੰਮੀ ਨੀਂਦ 'ਚ ਲੈ ਜਾਂਦੇ ਨੇ ਵੀ ਓਕੇ ਹੁਣ ਸੌਣ ਦਾ ਟਾਈਮ ਆ ਗਿਆ, ਲੈਟਸ ਹੈਵ ਏ ਨੈਪ। ਲੰਮਾ ਜਿਹੜਾ ਹੈਗਾ ਨੈਪ ਲੈ ਲਿਆ ਇੱਕ। ਇਸ ਕਿਸਮ ਦੇ ਨਾਲ ਚੀਜ਼ਾਂ ਹੁੰਦੀਆਂ। ਸੋ ਇਹ ਇੱਕ ਪੂਰਾ ਦਾ ਪੂਰਾ ਪ੍ਰੋਸੈਸ ਹੈ ਮਦਰ ਨੇਚਰ ਦਾ। ਜਦੋਂ ਹੋਇਆ ਇਹ ਕਿ ਜਿਸ ਨੂੰ ਅਸੀਂ ਮਨੁੱਖ ਕਿਹਾ, ਇਨਸਾਨ ਕਿਹਾ, ਜਿਹਦੇ ਕੋਲ ਕਿਹਾ ਕਿ ਲਤਾਫਤ ਹੈ, ਸਿਆਣਪ ਹੈ, ਅਕਲ ਹੈ, ਇਸਨੇ ਉਹਦਾ ਇਸਤੇਮਾਲ ਮਤਲਬ ਕੁਦਰਤ ਦੇ ਨਾਲ ਆਤਮਸਾਤ ਹੋ ਕੇ ਉਸ ਤਰੀਕੇ ਨਾਲ ਨਾ ਕਰਕੇ ਇੱਕ ਗੈਰ ਕੁਦਰਤੀ ਵਰਤਾਰੇ 'ਚ ਕੀਤਾ, ਫਿਰ ਡੈਫੀਨੇਟਲੀ ਚੀਜ਼ਾਂ 'ਚ ਤਬਦੀਲੀ ਆਈ। ਪਿੰਡ ਵਿੱਚ ਵੀ ਆਈ, ਪਿੰਡ ਖਰਾਬ ਹੋਣਾ ਸ਼ੁਰੂ ਹੋ ਗਿਆ। ਹਜੇ ਤੇ ਲਾਸਟ 2 ਈਅਰ ਦਾ ਡਾਟਾ ਆਉਣਾ ਆ, ਜੇ 2 ਸਾਲ ਦੇ ਪਹਿਲੇ ਵਾਲੇ ਡਾਟੇ ਨੂੰ ਦੇਖਦੇ ਹਾਂ ਤੇ ਕੈਨੇਡਾ ਦੀ ਗੱਲ ਕਰੀਏ, we are talking about COVID-19 and so much actually kind of scared from COVID-19 situation, but at the same time talk about anything else, especially cancer. 50% population is going to deal with cancer here in Canada, and it's crystal clear data. ਹਰ 2 ਵਿੱਚੋਂ 1 ਕੈਨੇਡੀਅਨ ਨੂੰ ਲਾਈਫ ਟਾਈਮ ਵਿੱਚ ਕੈਂਸਰ ਪੱਕਾ ਹੋਏਗਾ, ਕੋਈ ਬਚਾਅ ਨਹੀਂ। ਇਹ ਡਾਟਾ 2 ਸਾਲ ਪੁਰਾਣਾ ਆ। ਜੇ ਰੀਸੈਂਟ ਕੋਈ ਆਏਗਾ ਤੇ ਉਹਦੇ 'ਚ ਇਸ ਤੋਂ ਇਜ਼ਾਫਾ ਹੋਏਗਾ, ਘਟਾ ਨਹੀਂ ਹੋਏਗਾ। ਇਹ ਰਿਐਲਿਟੀ ਹੈ। ਹੁਣ ਇਹ ਚੀਜ਼ਾਂ ਕਿੱਥੋਂ ਆ ਰਹੀਆਂ ਨੇ? ਜੇ ਡੀਪ ਲੈਵਲ 'ਤੇ ਦੇਖਾਂਗੇ ਤਾਂ ਗੈਰ ਕੁਦਰਤੀ ਵਰਤਾਰਾ। ਸਿਰਫ ਇੱਕ ਦੀ ਗੱਲ ਕੀਤੀ ਹੈ ਮੈਂ, ਇਸ ਤੋਂ ਬਿਨਾਂ ਪਤਾ ਨਹੀਂ ਕਿੰਨੇ ਇਸ਼ੂ ਨੇ, ਕਿਹੜੀਆਂ ਹੋਰ ਪ੍ਰੋਬਲਮ, ਸਭ ਚੀਜ਼ਾਂ ਹੁੰਦੀਆਂ। ਸੋ ਇਹ ਸਭ ਚੀਜ਼ਾਂ ਬੰਦੇ ਨੇ ਇਸ ਤਰੀਕੇ ਨਾਲ ਵੀ ਕਹਿ ਲਿਆ ਜਾਏ ਸਹੇੜ ਲਈਆਂ, ਮਤਲਬ ਇਸ਼ੂ ਜਨਰੇਟ ਕੀਤੇ, ਐਕਸੀਲੇਟ ਕੀਤੇ, ਇਹ ਸਭ ਚੀਜ਼ਾਂ ਕੀਤੀਆਂ ਇਸ ਰੂਪ ਦੇ ਵਿੱਚ। ਤੇ ਮਦਰ ਨੇਚਰ ਨੇ ਮਨੁੱਖ ਨੂੰ ਇਹ ਅਲਾਓ ਕੀਤਾ। ਇਹ ਵੀ ਕਮਾਲ ਹੈ। ਮਤਲਬ ਕੁਦਰਤ ਨੇ ਮਨੁੱਖ ਨੂੰ ਇਹ ਐਬਿਲਿਟੀ ਦਿੱਤੀ ਹੈ ਇਸ ਰੂਪ ਦੇ ਵਿੱਚ। ਇਹ ਸਾਰਾ ਅਸੀਂ ਇਸ ਰੂਪ ਵਿੱਚ ਵਿਟਨੈਸ ਕਰਦੇ ਹਾਂ। ਹੁਣ ਇਹ ਸਾਰੇ ਨੂੰ ਜਦੋਂ ਦੇਖੀਏ ਤੇ ਫਿਰ ਅਹਿਸਾਸ ਹੁੰਦਾ ਆ, ਆਖਰਕਾਰ ਉਹਦੇ ਹੁਕਮ ਦਾ ਵਰਤਾਓ ਕੀ ਹੈ। ਗੁਰੂ ਬਾਬਾ ਜੀ ਬਿਆਨ ਕਰਦੇ, ਜਦੋਂ ਤੁਸੀਂ ਇਸ ਨੂੰ ਬਹੁਤ ਗਹਿਰੇ ਤਲ 'ਤੇ ਦੇਖੋਗੇ ਨਾ, ਤੁਹਾਨੂੰ ਨਾ ਦੁੱਖ ਹੋਵੇਗਾ ਨਾ ਸੁੱਖ ਹੋਵੇਗਾ, ਤੁਹਾਨੂੰ ਇੱਕੋ ਚੀਜ਼ ਹੋਏਗੀ, ਵਿਡਾਨ, ਅਮੇਜ਼ਿੰਗ ਕਰ ਦੇਣ ਵਾਲੀ ਚੀਜ਼। ਤੁਸੀਂ ਵੰਡਰ ਹੋ ਜਾਓਗੇ। what a wondrous thing, what a amazing thing is happening। ਜਿਹੜੀ ਬੰਦੇ ਦੀ ਸਾਈਕੀ, ਬੰਦੇ ਦਾ ਇੰਟਲੈਕਟ ਕਈ ਵਾਰੀ ਗ੍ਰੈਬ ਹੀ ਨਹੀਂ ਕਰ ਪਾਉਂਦਾ, ਗ੍ਰਿਪ ਹੀ ਨਹੀਂ ਕਰ ਪਾਉਂਦਾ। ਇਹਨੂੰ ਭਾਈ ਸਾਹਿਬ, ਭਾਈ ਵੀਰ ਸਿੰਘ ਜੀ ਇੱਕ ਜਗ੍ਹਾ ਬਿਆਨ ਕਰਦੇ,
ਉਹ ਕਹਿੰਦੇ ਕਿ ਅਸੀਂ ਬਹੁਤ ਕਈ ਵਾਰੀ ਇਹਨਾਂ ਚੀਜ਼ਾਂ 'ਚ ਸਟਕ ਹੋ ਜਾਂਦੇ ਹਾਂ। ਵਾਈ, ਵਟ, ਵੈਨ, ਹਾਊ, ਵੇਅਰ, ਵੀ ਰੀਲੀ ਵਾਂਟ ਆਨਸਰ ਦੀਸ ਥਿੰਗਸ। ਉਹ ਕਹਿੰਦੇ ਗੱਲ ਇਹ ਹੈ, ਕਈ ਵਾਰੀ ਕਹਿੰਦੇ ਕੀ ਹੋਇਆ ਤੇ ਕਿਕੂ ਹੋਇਆ, ਖੱਪ ਖੱਪ ਮੋਏ ਸਿਆਣੇ। ਇਹ ਚੀਜ਼ ਕਿਵੇਂ ਹੋ ਗਈ, ਕਿੱਕਰ ਹੋ ਗਈ, ਕਿਉਂ ਹੋ ਗਈ, ਇਹ ਸਾਰੇ ਦੇ ਚ ਗਵਾਚ ਗਏ। ਕਹਿੰਦੇ ਕੀ ਹੋਇਆ ਤੇ ਕਿਕੂ ਹੋਇਆ, ਖੱਪ ਖੱਪ ਮੋਏ ਸਿਆਣੇ। ਇਹ ਤਰ੍ਹਾਂ ਪਵੇਂ ਕਿਉਂ ਜਿੰਦੇ ਜਿਸ ਤਰ੍ਹਾਂ ਪੂਰ ਮੁਹਾਣੇ। ਉਹ ਮੇਰੀ ਜਿੰਦੇ ਇਸ ਰਾਹ ਨਾ ਪਈ, ਪੂਰਾਂ ਦੇ ਪੂਰ ਮੁਹਾ ਗਏ। ਪਤਾ ਨਹੀਂ ਕਿੰਨੇ ਲੋਕ ਇਹ ਕਰਦਿਆਂ ਕਰਦਿਆਂ ਖੱਪ ਗਏ। ਇਹ ਖੱਪਣਾ ਹੈ ਅਸਲ ਦੇ ਵਿੱਚ, ਬੰਦਾ ਖੱਪ ਰਿਹਾ ਇਹਦੇ ਵਿੱਚ ਬਹੁਤਾਇਤ। ਉਹ ਕਹਿੰਦੇ ਕੀ ਹੋਇਆ ਤੇ ਕਿਕੂ ਹੋਇਆ, ਖੱਪ ਖੱਪ ਮੋਏ ਸਿਆਣੇ। ਇਹ ਤਰ੍ਹਾਂ ਪਵੇਂ ਕਿਉਂ ਜਿੰਦੇ ਜਿਸ ਰਾਹ ਪੂਰ ਮੁਹਾਣੇ। ਫਿਰ ਕਰੀਏ ਕੀ, ਕਹਿੰਦੇ ਭਟਕਣ ਛੱਡ, ਲਟਕ ਲਾ ਇੱਕੋ, ਖੀਵੀ ਹੋ ਸੁਖ ਮਾਣੇ। ਹੋਸ਼ਾਂ ਨਾਲੋਂ ਮਸਤੀ ਚੰਗੀ, ਜੋ ਰੱਖਦੀ ਸਦਾ ਟਿਕਾਣੇ। ਕਈ ਵਾਰ ਬੰਦੇ ਨੂੰ ਮਸਤ ਹੋ ਜਾਣਾ ਚਾਹੀਦਾ। ਜਿਹੜਾ ਮਸਤ ਹੋਣਾ ਆ, ਇਹ ਨਹੀਂ, ਇੱਕ ਤੇ ਹੁੰਦਾ ਹੈ ਬੰਦਾ ਮਤਲਬ ਬੌਲਾ ਹੋ ਜੇ, ਬਾਵਰਾ ਹੋ ਜੇ। ਬਾਵਰਾ ਨਹੀਂ, ਬਿਨ ਸ਼ਬਦ ਹੈ ਸਭ ਜਗ ਬੌਰਾ ਨਾ। ਅਸੀਂ ਇਸ ਤਰ੍ਹਾਂ ਸ਼ਬਦ ਪੜ੍ਹਦੇ ਹਾਂ। ਬੌਰਾ ਨਹੀਂ ਹੋਣਾ, ਲਾਪਰਵਾਹ ਨਹੀਂ ਹੋਣਾ, ਕਮਲੇ ਨਹੀਂ ਹੋਣਾ। ਇੱਥੇ ਜਿਹੜੀ ਬਾਤ ਹੋ ਰਹੀ ਹੈ ਉਹ ਕਿਸ ਚੀਜ਼ ਦੀ ਹੋ ਰਹੀ ਹੈ? ਉਹ ਹੋ ਰਹੀ ਹੈ ਮਸਤ ਹੋਣ ਦੀ। ਮਸਤ ਹੋਣ ਦਾ ਮਾਇਨਾ ਕੀ ਹੈ? ਬਹੁਤ ਜ਼ਿਆਦਾ ਜਿਹੜਾ ਅਸੀਂ ਆਪਣੇ ਮੋਢਿਆਂ ਤੇ ਵਜਨ ਚੱਕ ਲੈਂਦੇ ਹਾਂ, ਉਹ ਲਾ ਦਈਏ। ਇੱਕ ਮਦਰ ਨੇਚਰ ਦੇ ਕੁਦਰਤੀ ਪ੍ਰੋਸੈਸ ਨੂੰ ਫੋਲੋ ਕਰੀਏ, ਜਿਨ੍ਹਾਂ ਨੂੰ ਅੱਜ ਮਾਡਰਨ ਹਿਊਮਨ ਸਾਇੰਸ ਦੇ ਲਿਟਰੇਚਰ 'ਚ ਕਿਹਾ ਜਾਂਦਾ ਹੈ, ਨੈਵਰ ਟਰਾਈ ਟੂ ਸਵਿਮ ਅਗੇਂਸਟ ਦਾ ਫਲੋ। ਜਿਹੜਾ ਇੱਕ ਫਲੋ ਚੱਲਦਾ ਨਾ, ਉਹਦੇ ਖਿਲਾਫ ਤੈਰਨ ਦੀ ਟਰਾਈ ਨਾ ਕਰੋ। ਤੁਸੀਂ ਤੈਰ ਰਹੇ ਹੋਵੋਗੇ, ਨੋ ਡਾਊਟ, ਉਹਦੇ 'ਚ ਐਬਿਲਿਟੀ ਹੈ, ਤੁਸੀਂ ਤਰ ਸਕਦੇ ਹੋ। ਪਰ ਜਿਹੜਾ ਫਲੋ ਆ, ਉਹਦੀ ਫੋਰਸ ਨੂੰ ਯੂਜ਼ ਕਰੋ, ਨਾ ਕਿ ਉਹਦੇ ਅਗੇਂਸਟ ਆਪਣੀ ਫੋਰਸ ਵੇਸਟ ਕਰੋ। ਮਦਰ ਨੇਚਰ ਨੂੰ ਸਮਝੋ, ਉਹਦੀ ਸਮਝ ਦੇ ਵਿੱਚ ਆਪਣੀ ਸਮਝ ਨੂੰ ਮਰਜ ਕਰੋ, ਉਹਦੇ ਮੁਤਾਬਕ ਚੱਲੋ। ਇਹ ਚੀਜ਼ ਆ। ਈਵਨ ਆਪ ਹੋਰ ਰੰਗ ਦੇਖੋ। ਮੈਂ ਤੇ ਕਾਉਂਸਲਿੰਗ ਵਿੱਚੋਂ ਜੇ ਬਾਤ ਕਰਾਂ, ਜਿਵੇਂ ਲੋਕਾਂ ਨੂੰ ਕੰਮਾਂ ਕਾਰਾਂ 'ਤੇ ਜਿਹੜੀ ਹੈਗੀ ਬੈਕ ਦੀ ਪ੍ਰੋਬਲਮ ਆ ਜਾਂਦੀ ਹੈ, ਕਈ ਵਾਰ ਇਹੋ ਜਿਹੇ ਇਸ਼ੂ ਵੇਟ ਲਿਫਟ ਕਰਨ ਲੱਗਿਆਂ ਆ ਜਾਂਦੇ ਨੇ। ਸਭ ਕੁਛ ਅੱਜ ਕੱਲ੍ਹ ਤੇ ਹੁਣ ਉਹਨਾਂ ਨੇ ਥੈਰੇਪੀਜ਼ ਡਿਵੈਲਪ ਕੀਤੀਆਂ ਨੇ, ਸਭ ਚੀਜ਼ਾਂ ਲਿਆਂਦੀਆਂ ਨੇ। ਉਹ ਕਹਿੰਦੇ ਹੋ ਕਿ ਐਕਚੁਅਲੀ ਗੱਲ ਕੀ ਹੈ ਕਿ ਤੁਸੀਂ ਇਹਦੇ ਵਿੱਚ ਪ੍ਰੋਪਰ ਮਸਲਸ ਨਹੀਂ ਯੂਜ਼ ਕਰ ਰਹੇ, ਤਾਂ ਕਰਕੇ ਤੁਹਾਡਾ ਜਿਹੜਾ ਆ ਕਿਸੇ ਤਰੀਕੇ ਦੇ ਨਾਲ ਜਿਹੜੀ ਤੁਹਾਡੀ ਬੈਕਬੋਨ ਹੈ ਉਹਦੇ 'ਚ ਕੁਝ ਪ੍ਰੋਬਲਮ ਆ ਗਈ ਹੈ। ਤੁਹਾਡੇ ਕੁਝ ਜਿਹਨੂੰ ਪੰਜਾਬੀ 'ਚ ਅਸੀਂ ਮਣਕੇ ਮੂਵ ਕਹਿੰਦੇ ਹਾਂ, ਉਹ ਹੋ ਗਏ ਨੇ। ਮਤਲਬ ਤੁਸੀਂ ਜਿਹੜੀ ਐਕਚੁਅਲ ਤੁਹਾਡੇ ਕੋਲ ਐਨਰਜੀ ਜਿਹੜੀ ਕੁਦਰਤ ਨੇ ਦਿੱਤੀ, ਜਿਹੜੀ ਫੋਰਸ ਦਿੱਤੀ ਸੀਗੀ, ਉਹਦਾ ਯੂਜ਼ ਕਰਨਾ ਭੁੱਲ ਗਏ। ਉਸ ਨੂੰ, ਉਹਨਾਂ ਮਸਲਸ ਨੂੰ ਯੂਜ਼ ਕਰੋ, ਉਸ ਫੋਰਸ ਨੂੰ ਯੂਜ਼ ਕਰੋ ਉਸ ਤਰੀਕੇ ਨਾਲ। ਫਿਰ ਉਹ ਜਦੋਂ ਪ੍ਰੋਪਰ ਬੰਦਾ ਫਿਰ ਦੁਬਾਰਾ ਪ੍ਰੋਸੀਜਰ 'ਚ ਲਰਨ ਕਰਦਾ ਆ। ਤੇ ਇਹ ਕੁਦਰਤੀ ਤੌਰ 'ਤੇ ਸਭ ਚੀਜ਼ਾਂ ਸੀਗੀਆਂ ਸਾਡੇ ਕੋਲ, ਪਰ ਹੌਲੀ ਹੌਲੀ ਕਰਕੇ ਕੀ ਹੋਇਆ ਕਿ ਜਦੋਂ ਸਾਡੀ ਜ਼ਿੰਦਗੀ ਥੋੜ੍ਹੀ ਡਿਫਰੈਂਟ ਹੋ ਗਈ, ਐਨਵਾਇਰਮੈਂਟ ਡਿਫਰੈਂਟ ਹੋ ਗਿਆ, ਅਸੀਂ ਉਹਨਾਂ ਮਸਲਸ ਨੂੰ ਉਸ ਤਰੀਕੇ ਨਾਲ ਯੂਜ਼ ਕਰਨਾ ਹੌਲੀ ਹੌਲੀ ਬੰਦ ਕਰ ਦਿੱਤਾ। ਜਿਵੇਂ ਹੁਣ ਐਂਥਰੋਪੋਲੋਜਿਸਟ ਇਹ ਕਹਿ ਰਹੇ ਨੇ ਕਿ ਲੌਂਗ ਰਨ ਵਿੱਚ ਦੇਖੋ, ਜਿਹੋ ਜਿਹਾ ਮਾਹੌਲ ਅੱਜ ਅਸੀਂ ਜੀ ਰਹੇ ਹਾਂ, ਹਾਲਾਂਕਿ ਇਹ ਲੌਂਗ ਲਾਸਟ ਨਹੀਂ ਕਰਨ ਵਾਲੀ ਲੱਗਦਾ, ਬਹੁਤ ਜ਼ਿਆਦਾ ਲੰਬਾ, ਪਰ ਜੇ ਸਪੋਜ਼ ਕਰੋ 1,00,000 2 ਲੱਖ ਸਾਲ ਐਵੇਂ ਚੱਲੇ ਜਿਵੇਂ ਹੁਣ ਚੱਲ ਰਿਹਾ, ਐਵੇਂ 1,00,000 2 ਲੱਖ ਸਾਲ, ਤੇ ਇਸ ਤੋਂ ਬਾਅਦ ਜਿਹੜੀ ਹਿਊਮਨ ਜਨਰੇਸ਼ਨਸ ਆਉਣਗੀਆਂ, ਉਹ ਪਤਾ ਕਿਵੇਂ ਦੀਆਂ ਹੋਣਗੀਆਂ? ਉਹਨਾਂ ਦੀਆਂ ਅੱਖਾਂ ਬਹੁਤ ਵੱਡੀਆਂ ਵੱਡੀਆਂ ਹੋ ਜਾਣਗੀਆਂ। ਜਿਵੇਂ ਮਤਲਬ ਕਹਿ ਲਓ ਕਿ ਕ੍ਰਿਕਟ ਜਾਂ ਟੈਨਿਸ ਬਾਲਸ ਹੁੰਦੀਆਂ ਨੇ, ਇਸ ਤਰੀਕੇ ਦੇ ਨਾਲ ਮੂੰਹ ਤੇ ਜੀਭ ਇਹ ਛੋਟੀ ਹੋ ਜਾਏਗੀ, ਨੱਕ ਕਾਫੀ ਹੱਦ ਤੱਕ ਐਲੀਮੀਨੇਟ ਹੋ ਜਾਏਗਾ, ਕੰਨਾਂ ਦਾ ਜਿਹੜਾ ਹੈਗਾ ਉਹ ਆਕਾਰ ਬਦਲ ਜਾਏਗਾ, ਤੇ ਜਿਹੜੇ ਸਰੀਰ ਦੀ ਬਣਤਰ ਆ ਇਹ ਸ਼ਾਇਦ ਹੋਰ ਰੂਪ ਦੀ ਹੋ ਜਾਏਗੀ। ਇਹਦਾ ਰੀਜ਼ਨ ਕਿਉਂਕਿ ਜਿਹੋ ਜਿਹਾ ਅਸੀਂ ਜੀ ਰਹੇ ਹਾਂ। ਹੁਣ ਆਪ ਦੇਖੋਗੇ ਸਾਰਾ ਫੋਕਸ ਅੱਖਾਂ ਤੇ ਹੈ, ਇਸ ਤਰੀਕੇ ਨਾਲ ਇੱਕੋ ਚੀਜ਼ ਦੇ ਉੱਤੇ ਜ਼ੋਰ ਲੱਗ ਰਿਹਾ। ਇਹਦੇ ਜਿਹੜੇ ਮਸਲਸ ਨੇ ਉਹ ਬਹੁਤ ਜਲਦੀ ਓਵਰ ਯੂਜ਼ ਹੋ ਜਾਂਦੇ ਨੇ।
ਤੇ ਐਕਚੁਅਲੀ ਜਿਹੋ ਜਿਹਾ ਮਾਹੌਲ ਬਣ ਗਿਆ, ਅੱਖਾਂ ਦੀ ਕੋਈ ਐਕਸਰਸਾਈਜ਼ ਨਹੀਂ, ਕੋਈ ਇਹਨਾਂ ਵਾਸਤੇ ਟ੍ਰੀਟਮੈਂਟ ਨਹੀਂ, ਕੁਝ ਵੀ ਨਹੀਂ। ਆਮ ਲੋਕਾਂ ਜਿਹੜੇ ਲੋਕ ਇਹਦੇ ਬਾਰੇ ਅਵੇਅਰ ਨੇ ਉਹ ਤੇ ਕਰਦੇ ਥੋੜ੍ਹਾ ਬਹੁਤ। ਇਸ ਤੋਂ ਬਿਨਾਂ ਸਾਡੀਆਂ ਜਿਹੜੀਆਂ ਸੌਫਟ ਮੋਟਰ ਸਕਿੱਲਸ ਨੇ, ਇਹ ਵੀ ਕੁਦਰਤੀ ਤੌਰ 'ਤੇ ਹੈ ਕਿ ਜਿਹੜੀ ਟਾਈਪਿੰਗ ਕਰਨੀ ਹੈ, ਇਸ ਤੋਂ ਬਿਨਾਂ ਕੰਮ ਨਹੀਂ ਚੱਲਦਾ। ਜੇ ਕਿਤੇ ਕੀਬੋਰਡਸ ਕੱਢ ਦਿੱਤੇ ਜਾਣ, ਜਿਹੜਾ ਅੱਜ ਦੀ ਵਰਕਫੋਰਸ ਹੈ ਇਹਦੇ ਵਿੱਚੋਂ, ਤੇ ਬੰਦਾ ਜਿਹੜੀ ਮੈਂਟਲ ਹੈਲਥ ਹੋਣੇ ਆ ਤੇ ਕੁਝ ਵੀ ਨਹੀਂ, ਇਸ ਤੋਂ ਕਿਤੇ ਵਰਸ ਹੋ ਜਾਏਗੀ। ਕਿਉਂਕਿ ਜਿਹੜੀ ਸੌਫਟ ਮੋਟਰ ਸਕਿੱਲਸ ਨੇ ਸਾਡੀਆਂ, ਇਹ ਸਾਡੇ ਬ੍ਰੇਨ ਨੂੰ ਸਪੋਰਟ ਕਰਦੀਆਂ ਨੇ। ਜੇ ਇਹਨਾਂ ਨੂੰ ਚੱਲਦਾ ਰੱਖਿਆ ਜਾਏ, ਇਸੇ ਕਰਕੇ ਜਿਹੜਾ ਸੰਗੀਤ ਆ, ਇਸ ਤੋਂ ਵਧੀਆ ਕੋਈ ਦੁਨੀਆ ਦੇ ਵਿੱਚ ਥੈਰੇਪੀ ਨਹੀਂ, ਕੋਈ ਟ੍ਰੀਟਮੈਂਟ ਨਹੀਂ, ਕੋਈ ਰੈਮੇਡੀ ਨਹੀਂ। ਖਾਸ ਕਰਕੇ ਸਾਜ਼ ਆਪ ਵਜਾਉਣੇ ਹੱਥਾਂ ਨਾਲ, ਆਪ ਕੰਨਾਂ ਨਾਲ ਸੁਣਨੇ, ਉਹਦੇ 'ਚ ਪਾਰਟੀਸਪੇਸ਼ਨ ਇਸ ਕਿਸਮ ਦਾ ਹੋਣਾ। ਜੇ ਆਪਾਂ ਦੇਖੀਏ ਨਾ, ਅੱਜ ਮੈਂ ਖੁਦ ਇਹਦੇ ਬਾਰੇ ਬਹੁਤ ਪੜ੍ਹਦਾ ਆ, ਬੜਾ ਸੁਣਦਾ ਆ ਕਿ ਜਨਰੇਸ਼ਨਲ ਡਿਪਰੈਸ਼ਨ ਹੁੰਦਾ ਹੈ, ਕਮਿਊਨਿਟੀ ਡਿਪਰੈਸ਼ਨ ਹੁੰਦਾ ਹੈ, ਇਸ ਕਿਸਮ ਦੀਆਂ ਗੱਲਾਂ ਹੁੰਦੀਆਂ ਨੇ। ਆਪ ਉਸ ਕਮਿਊਨਿਟੀ ਬਾਰੇ ਸੋਚ ਕੇ ਦੇਖੋ ਜਿਨ੍ਹਾਂ ਦੀ ਪੈਦਾਇਸ਼ ਜੰਗਲਾਂ 'ਚ ਹੁੰਦੀ ਹੋਣੀ ਹੈ। ਸਾਡੇ ਆਪਣੇ ਪੁਰਖ 18ਵੀਂ ਸਦੀ ਦੇ ਵਿੱਚ, ਜਿਨ੍ਹਾਂ ਨੂੰ 5-7 ਸਾਲ ਦੀ ਉਮਰ ਤੱਕ ਇਹ ਦੱਸ ਦਿੱਤਾ ਜਾਂਦਾ ਸੀਗਾ ਕਿ ਜੇ ਤੁਸੀਂ ਵੈਪਨ ਹੈਂਡਲਿੰਗ ਨਹੀਂ ਜਾਣਦੇ ਪ੍ਰੋਪਰਲੀ, ਸ਼ਮਸ਼ੀਰ, ਕਿਰਪਾਨ, ਭਾਲਾ ਚਲਾਉਣਾ ਨਹੀਂ ਆਉਂਦਾ, ਘੋੜੇ ਦੇ ਉੱਤੇ ਬਿਨਾਂ ਕਿਸੇ ਸਹਾਰੇ ਤੋਂ ਪਲਾਠੀ ਮਾਰ ਕੇ ਚੜ੍ਹਨਾ ਨਹੀਂ ਆਉਂਦਾ, ਯੂ ਕੈਨ ਨਾਟ ਸਰਵਾਈਵ। ਤੁਹਾਡਾ ਸਰਵਾਈਵਲ ਹੀ ਇਹਦੇ ਵਿੱਚ ਆ, ਕਿਉਂਕਿ ਤੁਸੀਂ ਜੇ ਇਸ ਚੀਜ਼ ਨੂੰ ਹੈਂਡਲ ਕਰ ਸਕਦੇ ਹੋ। ਉੱਥੇ ਤੁਸੀਂ ਫ੍ਰੈਂਚ ਜਿਹੜੇ ਚਿੱਤਰਕਾਰ ਨੇ, ਜਿਹੜੇ ਆਰਟਿਸਟ ਨੇ, ਉਹਨਾਂ ਦੀਆਂ ਤੁਸੀਂ ਫੋਟੋਜ਼ ਬਣਾਈਆਂ ਦੇਖੋ ਕਦੀ 18ਵੀਂ ਸਦੀ ਦੀਆਂ ਸਾਡੇ ਬਜ਼ੁਰਗਾਂ ਦੀਆਂ। ਉਹਦੇ ਅੰਦਰ ਮਾਸ ਕਿਤੇ ਹੈ ਹੀ ਨਹੀਂਗਾ, ਮਸਲਸ, ਹੱਡ ਤੇ ਅੱਖਾਂ ਐਵੇਂ ਲੱਗਦਾ ਬੰਦੇ ਦੀ ਅੱਖ ਨਹੀਂ, ਜਿਵੇਂ ਚੀਤੇ ਦੀ ਅੱਖ ਹੁੰਦੀ ਆ ਪਿੱਛੇ ਤੱਕ, ਇਸ ਤਰੀਕੇ ਨਾਲ। ਕਿਉਂਕਿ ਹਰ ਵਕਤ ਤੇ ਅੱਖ ਜਿਹੜੀ ਹੈ ਉਹ ਆਪਣੇ ਆਪ ਨੂੰ ਸੇਫ ਕਰ ਰਹੀ ਹੈ। ਪਤਾ ਨਹੀਂ ਕਿਹੜੇ ਪਾਸਿਓਂ ਕਿਹੜੀ ਗੋਲੀ ਵੱਜਣੀ, ਕਿਹੜੇ ਪਾਸਿਓਂ ਕਿੰਨੇ ਆ ਕੇ ਫੜ ਲੈਣਾ, ਕਿੰਨੇ ਆ ਕੇ ਗ੍ਰਿਫਤਾਰ ਕਰ ਲੈਣਾ, ਇਸ ਤਰੀਕੇ ਦੇ ਨਾਲ। ਇਹ ਸਭ ਉਸ ਰੂਪ ਵਿੱਚ ਚੱਲਦੀਆਂ ਰਹੀਆਂ ਚੀਜ਼ਾਂ। ਪਰ ਇਹ ਸਭ ਹੋਣ ਦੇ ਬਾਵਜੂਦ ਵੀ ਉਹਨਾਂ 'ਚ ਡਿਪਰੈਸ਼ਨ ਸੀਗਾ ਜ਼ੀਰੋ। ਉਹਨਾਂ ਦਾ ਜੀਵਨ ਕੈਸਾ ਸੀਗਾ? ਚੜ੍ਹਦੀ ਕਲਾ ਦਾ। ਭੁੱਖ ਨੂੰ ਵੀ ਜਦੋਂ ਪ੍ਰਸ਼ਾਦਾ ਨਹੀਂ ਹੈਗਾ ਤੇ ਕਿਸੇ ਨੇ ਆ ਕੇ ਕਿਹਾ ਵੀ ਅੱਜ ਲੰਗਰ ਕਿਵੇਂ ਨੇ, ਮਤਲਬ ਰੋਟੀ ਦਾ ਕੀ ਬਣੇਗਾ, ਉਹ ਕਹਿੰਦਾ ਜੀ ਲੰਗਰ ਮਸਤਾਨੇ ਨੇ ਅੱਜ, ਡਨ। ਵਰਡ ਹੀ ਉਹ ਯੂਜ਼ ਕੀਤਾ। ਅਦਰਵਾਈਜ਼ ਬੰਦਾ ਨੈਗੇਟਿਵ ਕਦੋਂ ਹੁੰਦਾ? ਨੈਗੇਟਿਵਿਟੀ ਜਿਹੜੀ ਹੈ ਇਹ ਬਾਹਰ ਨਹੀਂ ਹੁੰਦੀ, ਤੁਹਾਡੇ ਵਰਡਸ ਵਿੱਚੋਂ ਨਿਕਲਦੀ ਹੈ। ਜੋ ਅਸੀਂ ਵਰਡਸ ਬੋਲਦੇ ਹੋ ਨਾ, ਅਸੀਂ ਤੇ ਖਾਸ ਕਰਕੇ ਜਦੋਂ ਅਸੈਸਮੈਂਟ ਕਰਦੇ ਹਾਂ ਕਾਉਂਸਲਿੰਗ ਦੇ ਵਿੱਚ, ਤੇ ਬੰਦੇ ਦੀਆਂ ਸਟੇਟਮੈਂਟ ਸੁਣਦੇ ਹਾਂ, ਬੰਦਾ ਕੀ ਕਹਿ ਰਿਹਾ, ਵਰਡਸ ਕਿਹੜੇ ਪਿਕ ਕਰਦਾ। ਬਸ 3, 4, 5 ਸੈਂਟੈਂਸਸ ਤੋਂ ਬਾਅਦ ਪਤਾ ਲੱਗ ਜਾਂਦਾ ਹੈ ਕਿ ਵੇਅਰ ਦਿਸ ਇੰਡੀਵਿਜੂਅਲ ਇਜ਼ ਸਟੈਂਡਿੰਗ, what's going on inside। word choice ਦੱਸ ਰਹੀ ਆ ਬਸ ਠੀਕ ਹੈ, ਕਿੱਧਰ ਜਾ ਰਹੇ। ਜਿੱਥੇ words ਹੀ ਐਸੇ ਹੋਣ ਵੀ ਭਾਈ ਫਲਾਣਾ ਬੰਦਾ, ਉਹਦਾ ਕੀ ਹਾਲ ਹੈ ਤੁਹਾਨੂੰ ਨਹੀਂ ਪਤਾ, ਚੜ੍ਹਾਈ ਕਰ ਗਿਆ ਉਹ ਤੇ, ਹੁਣ ਚੜ੍ਹਾਈ ਕਰਨੀ, ਅਪਲਿਫਟਿੰਗ ਹੋ ਗਈ ਉਹਦੀ, ਇਹ ਕਿਵੇਂ ਹੋ ਗਿਆ ਭਾਈ? ਅੱਜ ਦੀ ਦੁਨੀਆ 'ਚ ਅਸੀਂ ਕੀ ਕਹਿੰਦੇ ਆ, ਮਰ ਗਿਆ। ਵਾਟ, ਕੈਸਾ ਵਰਡ ਆ। ਦੂਜੇ ਮੁਕਾਬਲਤਨ ਚੜ੍ਹਾਈ ਕਰ ਗਿਆ ਜੀ ਉਹ। ਕਿਸੇ ਨੇ ਕਿਹਾ ਅੱਛਾ ਭਾਈ ਕੀ ਖਾ ਰਹੇ ਹੋ? ਸਾਡੇ ਉਸ ਖਿੱਤੇ ਦੇ ਵਿੱਚ ਜਦੋਂ ਕੁਝ ਖਾਣ ਨੂੰ ਨਾ ਹੋਏ ਤੇ ਛੋਲੇ, ਕਿਉਂਕਿ ਬਿਰਾਨ ਜ਼ਮੀਨ ਦੇ ਵਿੱਚ ਛੋਲੇ ਆਮ ਹੋ ਜਾਂਦੇ, ਤੇ ਲੋਕੀ ਛੋਲੇ ਸੁੱਕੇ ਕੁਝ ਭੁੰਨ ਲੈਂਦੇ ਮਿੱਟੀ ਵਗੈਰਾ ਦੇ ਵਿੱਚ ਹੀ ਲਗਾ ਕੇ, ਰੇਤ 'ਚ ਲਗਾ ਕੇ, ਤੇ ਉਹਨਾਂ ਨੂੰ ਆਪਣੇ ਝੋਲੇ 'ਚ ਪਾ ਲੈਂਦੇ। ਭੁੱਖ ਲੱਗੀ, ਵਿੱਚੋਂ ਛੋਲੇ ਕੱਢੇ, ਚਣੇ, ਤੇ ਉਹਨਾਂ ਨੂੰ ਜਿਹੜਾ ਹੈਗਾ ਚੱਬਣ ਲੱਗ ਗਏ। ਭਾਈ ਕੀ ਖਾ ਰਹੇ ਹੋ? ਬਦਾਮ ਚੱਬ ਰਹੇ ਆ। ਵਾਟ ਇਜ਼ ਦਿਸ? ਬਦਾਮ ਤੇ ਬਹੁਤ ਮਹਿੰਗੀ ਚੀਜ਼ ਆ, ਉਹ ਤੇ ਬੜਾ ਡਰਾਈ ਫਰੂਟ ਆ, ਤੇ ਬੜੀ ਮੁਸ਼ਕਿਲ, ਬੜੀ ਪਹਾੜਾਂ ਤੋਂ ਆਉਂਦਾ ਉਸ ਰੂਪ ਦੇ ਵਿੱਚ। ਇਹ ਕੀ ਹੈ? ਇਤਨੀ ਪੋਜ਼ਿਟਿਵਿਟੀ, ਇਤਨਾ ਪੋਜ਼ਿਟਿਵ ਐਟੀਟਿਊਡ, ਇਤਨਾ ਪੋਜ਼ਿਟਿਵ ਬਿਹੇਵੀਅਰ ਟੂਵਰਡ ਦ ਲਾਈਫ, ਟੂਵਰਡ ਐਕਚੁਅਲੀ ਦੇਰ ਜਿਹੜਾ ਹੈਗਾ ਜ਼ਿੰਦਗੀ ਜੀਣ ਵਾਲੇ ਪਾਸੇ।
ਇਹ ਕਿੱਥੋਂ ਆਇਆ? ਫਿਰ ਉਹਨਾਂ ਦੀ ਜੀਵਨ ਲਾਈਫ ਸਟਾਈਲ ਨੂੰ ਦੇਖੋ। ਲਾਈਫ ਸਟਾਈਲ 'ਚ ਕੀ ਹੈ, ਉਹਨਾਂ ਨੂੰ ਇਕੱਲਾ ਵੈਪਨ ਹੈਂਡਲਿੰਗ ਕਰਨੀ ਨਹੀਂ ਆਉਂਦੀ, ਉਹਨਾਂ ਨੂੰ ਹੋਰ ਵੀ ਬਹੁਤ ਕੁਛ ਆਉਂਦਾ। ਉਹਨਾਂ ਨੂੰ ਕੀ ਆਉਂਦਾ ਹੈ? ਉਹਨਾਂ ਨੂੰ ਪਾਠ ਕਰਨਾ ਆਉਂਦਾ ਹੈ। ਅਤੇ ਪਾਠ ਵੀ ਐਸਾ, ਆਪ ਜਾਪ ਸਾਹਿਬ ਪੜ੍ਹੋ ਕਦੀ। ਜਾਪ ਸਾਹਿਬ ਦੇ ਵਿੱਚ ਜਿਹੜੇ ਛੰਤ ਨੇ, ਭੁਜੰਗ ਪਰਿਆਦ ਛੰਤ, ਮਦਭਾਰ ਛੰਤ, ਉਹ ਛੰਤ ਜਿਹੜੇ ਨੇ ਐਕਚੁਅਲ ਲੈਵਲ 'ਤੇ ਜਿਹੜੇ ਟੰਗ ਟਵਿਸਟਰਸ ਹੁੰਦੇ ਨੇ, ਸਾਰੇ ਤੁਹਾਡੇ ਗਲੇ ਦੇ ਅਤੇ ਜੀਭ ਦੇ ਸਾਰੇ ਮਸਲਸ ਨੂੰ ਐਕਟਿਵ ਕਰ ਦਿੰਦੇ ਨੇ। ਹੁਣ ਜਦੋਂ ਬੰਦੇ ਦਾ ਸਾਰਾ ਇਸ ਤਰੀਕੇ ਦੇ ਨਾਲ ਗਰਾਸ ਗਲਾ ਪ੍ਰੋਪਰਲੀ ਐਂਡ ਐਕਟਿਵ ਹੋ ਜਾਏਗਾ, ਇਹਦੇ ਨਾਲ ਤੁਹਾਡੇ ਗਲੈਨ ਹੈਲਦੀ ਹੋ ਜਾਣਗੇ। ਜਿਸ ਕੈਮੀਕਲ ਨੇ ਸਰੀਰ ਵਿੱਚ ਜਾ ਕੇ ਤੁਹਾਡੇ ਅੰਦਰ ਕੋਈ ਉਹੋ ਜਿਹੀ ਚੀਜ਼ ਪੈਦਾ ਕਰਨੀ ਹੈ ਜਿਹਦੇ ਨਾਲ ਅਗਲਾ ਪਾਰਟ ਐਂਗਜ਼ਾਇਟੀ ਹੋਏਗਾ, ਅਗਲਾ ਪਾਰਟ ਉਹਦਾ ਜਿਹੜਾ ਹੈਗਾ ਸਟ੍ਰੈਸ ਹੋਏਗਾ, ਜਿਹੜਾ ਤੁਹਾਨੂੰ ਮੈਂਟਲੀ ਇਤਨਾ ਵੀਕ ਕਰ ਦੇਗਾ ਕਿ ਤੁਸੀਂ ਸਿਚੁਏਸ਼ਨ। ਇੱਕ ਹੋਰ ਚੀਜ਼ ਆ, ਜਦੋਂ ਕੋਈ ਵੀ ਸਿਚੁਏਸ਼ਨ ਜਨਰੇਟ ਹੁੰਦੀ ਹੈ, ਆਪ ਬੋਤਾ ਸਿੰਘ ਗਰਜਾ ਸਿੰਘ ਦੀ ਸਾਖ ਕਹਾਣੀ, ਇਤਿਹਾਸਕ ਤਵਾਰੀਖ ਦੀ ਸ਼ਾਇਦ ਉਹ ਇੰਸੀਡੈਂਟ ਸੁਣਿਆ ਹੋਵੇ। ਦੋ ਹੀ ਬੰਦੇ ਸੀਗੇ ਅਤੇ ਉਹ ਦੋਨੋਂ ਮਤਲਬ ਜਿਹੜੀ ਆਮ ਸੜਕ ਹੁੰਦੀ ਹੈ ਉਹਦੇ ਨਾਲੋਂ ਪਿਛਲੇ ਪਾਸੇ ਹਟ ਕੇ ਸਫ਼ਰ ਕਰ ਰਹੇ ਨੇ। ਦੇ ਆਰ ਟਰੈਵਲਿੰਗ ਗੋਇੰਗ ਟੂਵਰਡ ਸਮਵੇਅਰ, ਐਂਡ ਐਟ ਦ ਸੇਮ ਟਾਈਮ ਦੋ ਮੁਸਲਮਾਨ ਸਿਪਾਹੀ ਮੇਨ ਸੜਕ 'ਤੇ ਜਾ ਰਹੇ ਨੇ। ਮਾੜੀ ਜਿਹੀ ਝਾੜੀਆਂ ਹਿੱਲੀਆਂ ਅਤੇ ਉਹਨਾਂ ਨੇ ਵੈਪਨ ਆਪਣੇ ਜਿਹੜੇ ਹੈਗੇ ਨੇ ਸੂਤ ਕਰ ਲਏ। ਦੇ ਐਕਚੁਅਲੀ ਪੁੱਲ ਦੇਅਰ ਵੈਪਨਸ ਰਾਈਟ ਵੇ। ਵੈਨ ਦੇ ਡੂ ਦੈਟ, ਵਨ ਵਾਜ਼ ਸੇਇੰਗ, ਆਈ ਥਿੰਕ ਦੇਰ ਆਰ 6, ਮੈਨੂੰ ਲੱਗਦਾ ਸਿੱਖ ਨੇ ਲੁਕੇ ਨੇ ਜੰਗਲ 'ਚ। ਦੂਜਾ ਹੱਸ ਕੇ ਕਹਿੰਦਾ ਤੂੰ ਪਾਗਲ ਹੈ, ਕਮਲਾ ਹੈ। ਕਹਿੰਦਾ ਸਿੱਖ ਹੁੰਦੇ ਉੱਥੇ ਲੁਕੇ ਹੁੰਦੇ, ਇੱਥੇ ਹੁੰਦੇ ਹੁਣ ਨੂੰ। ਨਾ ਤੂੰ ਹੋਣਾ ਸੀ ਨਾ ਮੈਂ ਹੋਣਾ ਸੀਗਾ। ਕਹਿੰਦਾ ਇੰਨੀ ਦੇਰ ਨਹੀਂ ਲੱਗਦੇ ਹੋ, ਉਹ ਸਿੱਖ ਨਹੀਂ ਹੋਣੇ, ਤੈਨੂੰ ਭੁਲੇਖਾ ਪਿਆ, ਉਹ ਲੁਕਦੇ ਨੇ। ਉਹਨਾਂ ਕਿਹਾ ਵਾਟ ਆਰ ਵੀ ਡੂਇੰਗ? ਸਾਡੇ ਬਾਰੇ ਆਲੇ ਦੁਆਲੇ ਪਰਸੈਪਸ਼ਨ ਇਹ ਹੈ ਕਿ ਇਹ ਤੇ ਪਰਵਾਹ ਹੀ ਨਹੀਂ ਕਰਦੇ ਕਿਸੇ ਦੀ, ਇਹ ਤੇ ਡਰਦੇ ਹੀ ਨਹੀਂ। ਅਸੀਂ ਇੱਥੇ ਆ। ਉਹ ਕਹਿੰਦੇ ਨੋ ਵੇ, ਜਾਣਾ ਕਿੱਥੇ? ਕਿਤੇ ਨਹੀਂ ਜਾਣਾ। ਇਹ ਕਿਹੜਾ ਐਕਚੁਅਲੀ ਜਿਹੜਾ ਸ਼ਬਦ ਕਹਿ ਰਿਹਾ ਨਾ, ਇਹ ਸ਼ਬਦ ਕਹਿ ਰਿਹਾ ਇਟਸ ਏ ਪਲੇ, ਲਾਈਫ ਇਜ਼ ਏ ਪਲੇ। ਅਤੇ ਸਾਡੇ ਕੋਲ ਰੋਲ ਆ, ਬਸ ਅਸੀਂ ਆਪਣਾ ਰੋਲ ਪਲੇ ਕਰਨਾ। ਉਹਨਾਂ ਕਹਿੰਦਾ ਲੈਟਸ ਪਲੇ ਆਵਰ ਰੋਲ ਪ੍ਰੋਪਰਲੀ। ਰੋਲ ਕੀ ਹੈ? ਦੋਨਾਂ ਨੇ ਉੱਥੇ ਉਸੇ ਸੜਕ ਦੇ ਉੱਤੇ ਚੁੰਗੀ ਲਾ ਲਈ, ਅਤੇ ਜਿਹੜਾ ਹੈਗਾ ਚੁੰਗੀ ਲਾ ਕੇ ਅਤੇ ਉਹਦੇ 'ਤੇ ਟੈਕਸ ਉਗਰਾਉਣਾ ਸ਼ੁਰੂ ਕਰਤਾ। ਐਂਡ ਟੈਕਸ ਦੇ ਵਰ ਨੋਟ ਐਕਚੁਅਲੀ ਕਲੈਕਟਿੰਗ ਰੈਵਨਿਊ ਟੂ ਬਿਕਮ ਵੈਰੀ ਰਿਚ, ਨੋ। ਉਹ ਤੇ ਉਹਨਾਂ ਨੇ ਆਨਾ ਗੱਡੇ ਨੂੰ ਲਾਤਾ ਅਤੇ ਦਵਾਨੀ ਕਿਸੇ ਹੋਰ ਚੀਜ਼ ਲਾਤੀ। ਇਸ ਕਿਸਮ ਨਾਲ ਸਿਰਫ ਇਹ ਦੱਸਣ ਵਾਸਤੇ ਹਕੂਮਤ ਨੂੰ ਵੀ ਇਹ ਪੰਜਾਬ ਬਿਲੋਂਗਸ ਫਰੋਮ ਅਸ, ਅਸੀਂ ਧਰਤੀ ਦੇ ਪੁੱਤਰ ਹਾਂ। ਤੁਸੀਂ ਇਸ ਫਿਜ਼ਾਂ ਦੇ ਵਿੱਚ ਸਾਡੇ ਤੋਂ ਸਾਡੀ ਹੋਣੀ ਨਹੀਂ ਖੋ ਸਕਦੇ। ਸਾਡੀ ਐਗਜ਼ਿਸਟੈਂਸ ਜਿਹੜੀ ਹੈ ਨਾ, ਜਿਹੜੀ ਸਾਡੀ ਲਿਵਿੰਗ ਆ, ਇਹ ਤੁਸੀਂ ਸਾਡੇ ਤੋਂ ਲੈ ਨਹੀਂ ਸਕਦੇ। ਵੀ ਆਰ ਲਿਵਿੰਗ ਹੇਅਰ, ਵੀ ਆਰ ਅਲਾਈਵ, ਵੀ ਐਗਜ਼ਿਸਟ ਹੇਅਰ। ਸੋ ਇਸ ਕਿਸਮ ਨਾਲ ਮੈਸੇਜ ਪਹੁੰਚਾਇਆ। ਕਾਫੀ ਦਿਨ ਲੱਗ ਗਏ, ਕੋਈ ਆਲੇ ਦੁਆਲੇ ਚਰਚਾ ਹੋਈ ਪਰ ਕੋਈ ਆਇਆ ਹੀ ਨਹੀਂ। ਉਹਨੇ ਕਿਹਾ ਹੱਦ ਹੋ ਗਈ। ਲਾਹੌਰ ਦੇ ਗਵਰਨਰ ਨੂੰ ਲੈਟਰ ਲਿਖਿਆ ਵੀ ਜਿਹੜਾ ਹੈ ਗਰਜਾ ਸਿੰਘ ਤੇ ਬੋਤਾ ਸਿੰਘ ਖੜੇ ਨੇ, ਤੇਰੀ ਵੇਟ ਕਰਦੇ, ਉੱਥੇ ਰੈਵਨਿਊ ਉੱਥੇ ਉਗਰਾ ਰਹੇ ਇਸ ਕਰਕੇ। ਤੇ ਉੱਥੇ ਉਹਦੇ ਚਿੱਠੀ 'ਚ ਲਿਖਿਆ ਵੀ ਆਖੀ ਭਾਬੀ ਖਾਨੋ ਨੂੰ, ਮਤਲਬ ਉਹਨੂੰ ਕਿਹਾ ਗਿਆ ਵੀ ਹੁਣ ਦੇਖੋ ਸਿੱਖੀ ਦੇ ਵਿੱਚ ਗਾਲ ਤੇ ਨਹੀਂ ਕੱਢਦੇ ਨਾ, ਉਹ ਤੇ ਮਤਲਬ ਸਿੱਖ ਦਾ ਤੇ ਕੰਮ ਨਹੀਂ ਗਾ ਉਸ ਰੂਪ ਦੇ ਵਿੱਚ। ਪਰ ਆਖਰਕਾਰ ਕਿਸੇ ਨੂੰ ਟੀਚਰ ਕਰਨੀ, ਮਜ਼ਾਕ ਕਰਨਾ, ਉਹ ਤੇ ਸਿੱਖ ਜਿਹੜਾ ਹੈਗਾ ਉਹ ਤੇ ਬਿਲਾਸ ਸਿੱਖ ਦਾ ਹਿੱਸਾ ਹੈ, ਹਾਸ ਰਸ ਆ। ਉਹਦਾ ਹਾਸਾ ਉਡਾਇਆ, ਠੱਠਾ ਉਡਾਇਆ। ਉਹ ਵੱਡੀ ਕੁਮਕ ਲੈ ਕੇ ਆਇਆ ਉੱਥੇ। ਉਹਨੇ ਕਿਹਾ ਕੁਮਕ ਭੇਜੋ ਉੱਤੇ, ਹੱਦ ਹੋ ਗਈ, ਇਹ ਕੰਮ ਕੀ ਹੋ ਰਿਹਾ? ਐਂਡ ਦੇ ਵਰ 100% ਸ਼ੋਰ। ਜਦੋਂ ਤੁਸੀਂ ਰਾਈਟਿੰਗਸ ਪੜ੍ਹਦੇ ਹੋ ਨਾ, ਤਾਂ ਰਾਈਟਿੰਗਸ ਇਹ ਕਹਿੰਦੀਆਂ ਨੇ ਕਿ they were not fighting like they have to defend themselves, they have to play defensive role over there. They were fighting like they are going to establish their victory. ਉਹਨਾਂ ਦੇ ਜ਼ਿਹਨ ਵਿੱਚ ਪੱਕੀ ਗੱਲ ਸੀ, ਅਸੀਂ ਜੇਤੂ ਹਾਂ। ਜਦੋਂ ਇਸ ਰੂਪ ਦੇ ਵਿੱਚ ਚੀਜ਼ ਹੋਏ, ਕਿਉਂਕਿ ਡਰ ਮਨ ਵਿੱਚ ਹੈ ਹੀ ਨਹੀਂ। ਇਹ ਰੂਪ ਸਿੱਖ ਨੂੰ ਗੁਰੂ ਸਾਹਿਬ ਨੇ ਸਿਖਾਇਆ, ਜੀਵਨ ਐਵੇਂ ਜੀਣਾ ਆ। ਮੈਂ ਜਿਹੜੀ ਬੇਨਤੀ ਕਰ ਰਿਹਾ,
ਪਰ ਇਹ ਆਇਆ ਕਿੱਥੋਂ ਹੈ? ਜਦੋਂ ਤੁਹਾਡੀ ਮਾਨਸਿਕ ਦਸ਼ਾ, ਤੁਹਾਡੀ ਸਰੀਰਕ ਦਸ਼ਾ ਅਨਹੈਲਦੀ ਨਹੀਂ, ਹੈਲਦੀ ਹੈ। ਅਤੇ ਉਹਦੇ ਲਈ ਉਹ ਜਿੱਥੇ ਵੈਪਨ ਹੈਂਡਲ ਕਰਦੇ ਨੇ, ਜਿੱਥੇ ਸਭ ਕਰਦੇ ਨੇ, ਉੱਥੇ ਸਭ ਤੋਂ ਵੱਡਾ ਕੰਮ ਉਹ ਹੀ ਕਰਦੇ, ਬਾਣੀ ਪੜ੍ਹਦੇ, ਬਾਣੀ 'ਤੇ ਅਥਾਹ ਵਿਸ਼ਵਾਸ ਕਰਦੇ, ਅਤੇ ਬਾਣੀ ਗਾਇਨ ਕਰਦੇ ਸਾਜ਼ਾਂ ਦੇ ਜ਼ਰੀਏ, ਸਾਜ਼ ਵਜਾਉਂਦੇ। ਜਿਹੜੀ ਸੌਫਟ ਮੋਟਰ ਸਕਿੱਲਸ ਦੇ ਨਾਲ, ਮਤਲਬ ਤਬਲਾ, ਵਾਜਾ, ਤੰਤੀ ਸਾਜ਼ ਵਗੈਰਾ, ਚਲੋ ਵਾਜਾ ਤਾਂ ਰੀਸੈਂਟਲੀ ਹੈਗੀ ਪ੍ਰੋਡਕਸ਼ਨ, ਪਰ ਤੰਤੀ ਸਾਜ਼ ਵਜਾਉਣੇ, ਮ੍ਰਿਦੰਗ ਵਜਾਉਣੀ, ਜੋੜੀ ਵਜਾਉਣੀ, ਢੋਲਕ ਵਜਾਉਣੀ, ਛੈਣੇ ਵਜਾਉਣੇ, ਖੜਤਾਲਾਂ ਵਜਾਉਣੀਆਂ, ਇਹ ਸਭ ਚੀਜ਼ਾਂ ਜਿਹੜੀਆਂ ਨੇ, ਸਰਿੰਦਾ ਵਜਾਉਣਾ, ਸਰੰਗੀ ਵਜਾਉਣੀ, ਸਤਾਰ ਵਜਾਉਣੀ, ਦਿਲਰੂਬਾ ਵਜਾਉਣਾ, ਇਹ ਸਾਰੀਆਂ, ਇੱਕ ਤਾਰਾ ਵਜਾਉਣਾ, ਦੋ ਤਾਰੇ ਵਜਾਉਣੇ, ਮਤਲਬ ਇਹ ਸਭ ਸਾਜ਼ ਜਿਹੜੇ ਨੇ, ਇਹਨਾਂ ਦੇ ਜ਼ਰੀਏ ਬਿਲਕੁਲ ਹੈਲਦੀ ਰਹਿਣਾ ਅੰਦਰੋਂ ਬਾਹਰੋਂ। ਸੋ ਇਹ ਰੂਪ ਆ। ਮੈਂ ਜਿਹੜੀ ਬੇਨਤੀ ਕਰ ਰਿਹਾ ਸੀਗਾ ਕਿ ਜੇ ਤੁਸੀਂ ਪ੍ਰੋਪਰ ਇਨਵਾਇਰਮੈਂਟ ਪ੍ਰਾਪਤ ਕਰੋ, ਪ੍ਰੋਵਾਈਡ ਕਰੋ ਆਪਣੇ ਲਈ, ਦੂਜਿਆਂ ਲਈ, ਐਸਾ ਨਹੀਂ ਕਿ ਇਹ ਚੀਜ਼ਾਂ, ਇਹ ਖੇਡ ਆਪਣੇ ਆਪ ਚੱਲਦੀ ਰਹੇਗੀ। ਜਿਵੇਂ ਵੈਦਰ ਜਾਂ ਕਹਿ ਲਓ ਕਿ ਜਿਹੜਾ ਮੌਸਮ ਆ ਉਹ ਬਦਲਦਾ ਆ, ਬਿਰਖ ਆਪਣੇ ਆਪ ਪੱਤੇ ਨਿਕਲ ਆਉਂਦੇ ਨੇ, ਉਹੀ ਸੁੱਕੇ ਹੋਏ ਬੂਟਿਆਂ ਨੂੰ ਪਲਮ ਲੱਗ ਜਾਂਦੇ ਨੇ, ਐਪਲ ਲੱਗ ਜਾਂਦੇ ਨੇ, ਚੈਰੀਜ਼ ਲੱਗ ਜਾਂਦੀਆਂ ਨੇ, ਉਹ ਬਲੌਸਮ ਸੀਜ਼ਨ 'ਚ ਆ ਜਾਂਦੇ ਉਸ ਰੂਪ ਦੇ ਵਿੱਚ। ਜਿਵੇਂ ਹੀ ਉਹ ਜਾਂਦਾ ਉਸ ਰੂਪ 'ਚ, ਜੀ ਆਪ ਮਦਰ ਨੇਚਰ ਦਾ ਆਪਣੇ ਆਪ ਪ੍ਰੋਸੈਸ ਆ। ਗੁਰੂ ਸਾਹਿਬ ਕਹਿੰਦੇ ਉਹਦੇ ਹੁਕਮ ਦੇ ਵਿੱਚ ਇਹ ਸਾਰੀ ਰਚਨਾ ਇਸ ਰੂਪ ਵਿੱਚ ਰਚੀ ਹੈ, ਅਤੇ ਇਹ ਵਿਡਾਨ ਹੈ। ਇਸ ਵਿਡਾਨ ਨੂੰ ਮਾਣ, ਇਹਦੇ ਮਗਰ ਇਸ ਤਰੀਕੇ ਦਾ ਪਾਗਲਪਨ ਨਾ ਲੈ ਕੇ ਆ ਕਿ ਮੈਂ ਬਿਗ ਬੈਂਗ ਥਿਓਰੀ ਜਿਹੜੀ ਹੈ ਉਹ ਕਹਿਣੀ ਹੈ ਕਿ ਯੈਸ ਇਟਸ ਰਾਈਟ, ਮੈਂ ਕੁਝ ਹੋਰ ਕਿਸੇ ਐਵੋਲੂਸ਼ਨ ਵਾਲੇ ਕੌਨਸੈਪਟ ਨੂੰ ਜਿਹੜਾ ਹੈਗਾ ਮੰਨਣਾ, ਜਾਂ ਮੈਂ ਇਸ ਦੋਨਾਂ ਨੂੰ ਨਹੀਂ ਮੰਨਣਾ। I have to follow some sort of any biblical story or all those things। ਬਾਬਾ ਜੀ ਕਹਿੰਦੇ ਇਹ ਸਾਡਾ ਕੰਮ ਨਹੀਂ ਗਾ। ਸਾਡਾ ਕੰਮ ਤੇ ਇਹ ਸਮਝ ਜਾਣਾ ਵੀ ਇੱਥੇ ਤਵਾਰ ਨਾ ਜੋਗੀ ਜਾਣਾ, ਰੁੱਤ ਮਾਹ ਨਾ ਕੋਈ, ਜਾਂ ਕਰਤਾ ਸੇਠੀ ਕੋ ਸਾਜੇ ਆਪੇ ਜਾਣੇ ਸੋਈ, ਕਿਵ ਕਰੇ ਆਖਾਂ ਕਿਵ ਸਾਲਾਹੀ, ਕਿਉ ਵਰਣੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਮੁੱਕਦੀ ਗੱਲ ਕਿੱਥੇ ਹੈ? ਵੱਡਾ ਸਾਹਿਬ ਵੱਡੀ ਨਾਈ। ਨਾ ਉਹਦੀ ਜਿਹੜੀ ਹੈਗੀ ਇਹ ਸੋਭਾ ਖਤਮ ਛੋਟੀ ਹੋ ਸਕਦੀ, ਨਾ ਉਹ ਛੋਟਾ ਹੋ ਸਕਦਾ, ਉਹ ਬੇਅੰਤ ਹੈ। ਬਸ ਇਹ ਇੰਨਾ ਪਤਾ ਸਾਨੂੰ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਕਾ ਹੋਵੇ, ਉਹਦਾ ਹੀ ਕੀਤਾ ਸਭ ਕੁਝ ਹੁੰਦਾ। ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋ ਹੈ। ਜੇ ਕੋਈ ਆਪਣੇ ਆਪ ਇਹ ਕਹੇ ਨਾ ਵੀ ਯੈਸ ਆਈ ਐਮ ਰਾਈਟ, ਆਈ ਨੋ ਐਵਰੀਥਿੰਗ, ਬਾਬਾ ਜੀ ਕਹਿੰਦੇ ਜਦੋਂ ਫਿਰ ਅੱਗੇ ਦਾ ਮਤਲਬ ਇਹ ਹੁੰਦਾ, ਇਹ ਫਿਲਾਸਫੀਕਲ ਸਾਈਡ ਦੇ ਵਰਡ ਕਹੇ ਗਏ ਨੇ, ਜਦੋਂ ਸਮਾਂ ਬਦਲਦਾ, ਤਰਤੀਬ ਬਦਲਦੀ ਹੈ। ਇਹ ਵੀ ਸੱਚਾਈ ਹੈ। ਹੁਣ ਮੇਰੇ ਵਰਗੇ ਅਦਨੇਮ ਮਨੁੱਖ ਛੋਟੀ ਜੀ ਬੌਧਿਕ ਖਮਤਾ ਦੇ ਨਾਲ ਅਸਮਾਨੀ ਗੱਲਾਂ ਧਰਤੀ 'ਤੇ ਲਾਉਂਦੇ, ਬਹੁਤ ਕੁਝ ਕਰਦੇ ਇਸ ਤਰੀਕੇ ਦੇ ਨਾਲ, ਅਤੇ ਜਦੋਂ ਕਿਤੇ ਆਪਣੀ ਹੋਣੀ ਸਾਹਮਣੇ ਆਉਂਦੀ, ਮੈਂ ਮਾਫੀ ਚਾਹਾਂਗਾ। ਪਰ ਜੇ ਕੁਦਰਤੀ ਤੌਰ 'ਤੇ ਕੁਦਰਤ ਸਭ ਠੀਕ ਰੱਖੇ, ਸਭ ਨੂੰ ਸ਼ਫਾ ਦੇਵੇ, ਸਭ ਹੈਲਦੀ ਹੋਣ, ਅਰਦਾਸਾਂ ਨੇ ਸਾਡੀਆਂ ਇਹ। ਪਰ ਜੇ ਸਪੋਜ਼ ਛੋਟੀ ਜਿਹੀ ਚੀਜ਼ ਹੀ ਹੋ ਜਾਏ, ਕੁਛ ਵੀ ਨਾ ਹੋਏ, ਗਲੇ 'ਚ ਹੱਥੂ ਆ ਜਾਏ, ਬਸ ਸਾਰਾ ਫਲਸਫਾ, ਸਾਰੀ ਸਿਆਣਪ, ਸਾਰੀ ਅਕਲ ਧਰੀ ਰਹਿ ਜਾਏਗੀ। ਐਵਰੀਥਿੰਗ ਇਜ਼ ਇੱਥੇ ਹੀ, ਹੁਣੇ ਹੀ ਡੇਲੇ ਬਾਹਰ ਹੋਣਗੇ। ਇਹ ਕੀ ਹੈ? ਇਹ ਹੈ ਅੱਗਾ ਗਿਆ ਨਾ ਸੋ ਹੈ। ਜਦੋਂ ਕਿਸੇ ਟੈਸਟ 'ਚ ਪਾਇਆ ਜਾਏਗਾ ਨਾ, ਇਹ ਸਭ ਚੀਜ਼ਾਂ ਬੇਕਾਰ ਹੋ ਜਾਣਗੀਆਂ। ਬੰਦੇ ਉਹਦੇ ਵੱਡੇ ਤਮਾਸ਼ੇ ਨੂੰ ਵੇਖ, ਵਿਡਾਨ ਹੈ ਉਹਦਾ। ਗੁਰੂ ਅਮਰਦਾਸ ਸਾਹਿਬ ਕਹਿੰਦੇ ਇਹ ਜਗ ਆਪ ਉਪਾਏ ਹਨ, ਕਰ ਚੋਜ ਵਿਡਾਨ। ਉਹ ਚੋਜੀ ਨੇ ਇਹ ਵਿਡਾਨ, ਇਹ ਖੇਡ, ਇਹ ਚੋਜ ਖੇਡ ਬਣਾਈ ਸਾਰੀ। ਤੇ ਵਿਡਾਨ ਕਿਆ ਵਿਸਮਾਦ ਹੈ, ਕਿਆ ਖੇਡ ਹੋ ਰਹੀ ਹੈ ਸਾਰੇ ਦੀ ਸਾਰੀ। ਧਰਮੀ ਬੰਦਾ ਖੇਡ ਦੇ ਵਿੱਚ ਹਿੱਸਾ ਆਪਣਾ ਪਾਉਂਦਾ ਆ, ਪਰ ਉਸ ਲਾ ਦੇ ਮੁਤਾਬਕ ਜਿਹੜਾ ਹਿੱਸਾ ਉਹਦਾ ਬਣਦਾ ਆ, ਜਿਸ ਤਰੀਕੇ ਦਾ ਬਣਦਾ, ਤੇ ਖੁਸ਼ ਹੋ ਕੇ ਪਾਉਂਦਾ। ਅਗਲਾ ਬਚਨ ਹੈ ਇਹਦੇ 'ਚ, ਪੰਚ ਧਾਤ ਵਿੱਚ ਪਾਈ ਹਨ, ਮੋਹ ਝੂਠ ਗੁਮਾਨ। ਬਾਕੀ ਗੁਰਬਾਣੀ ਨੇ ਕਿਹਾ ਸਿਆਣਾ ਉਹ ਨਹੀਂ ਜਿਹਨੂੰ ਸਿਆਣਪ ਦੀ ਸਮਝ ਆ ਗਈ, ਤੇ ਦੂਜਿਆਂ ਦੀਆਂ ਨਿਆਣਪੁਣਾ, ਦੂਜਿਆਂ ਦੀਆਂ ਬੇਅਕਲੀਆਂ, ਦੂਜਿਆਂ ਦੀ ਨਾ ਸਮਝੀ, ਦੂਜਿਆਂ ਦੇ ਔਗਣਾਂ ਨੂੰ ਕੁਰੇਦਣ ਤੇ ਫੋਲਣ ਲੱਗ ਜੇ ਨਾ, ਇਹ ਸਿਆਣਪ ਨੇ।
ਸਿਆਣਪ ਇਹ ਹੈ ਚੀਜ਼ ਨੂੰ ਸਮਝੇ ਤੇ ਫਿਰ ਸਮਝ ਕੇ ਅਹਿਸਾਸ ਕਰੇ ਵੀ ਭਾਈ ਮਿੱਟੀ ਵੀ ਦਾਤੇ ਦੇ ਹੁਕਮ ਵਿੱਚ ਆ। ਮਿੱਟੀ ਉਹਨੇ ਪੈਦਾ ਕੀਤੀ ਹੈ, ਇਸੇ ਮਿੱਟੀ ਦੇ ਵਿੱਚ ਘਾਹ ਫੂਸ ਪੈਦਾ ਹੁੰਦਾ ਹੈ, ਇਹ ਵੀ ਉਹਦੀ ਰਜ਼ਾ ਆ। ਉਹ ਘਾਹ ਫੂਸ ਤੇ ਮਿੱਟੀ ਰਲ ਕੇ ਪਾਣੀ ਦੇ ਜ਼ਰੀਏ ਗਲ ਕੇ ਗਾਬ ਬਣਦੇ, ਸੜਾਂਦ ਆਉਂਦੀ, ਬਦਬੂ ਆਉਂਦੀ, ਇਹ ਵੀ ਉਹਦਾ ਹੁਕਮ ਹੈ। ਇਹ ਚੀਜ਼ਾਂ ਇਸ ਤਰੀਕੇ ਨਾਲ ਚੱਲਦੀਆਂ। ਇਹ ਵੱਡੇ ਹੁਕਮ ਨੂੰ ਸਰੂਪ ਵਿੱਚ ਸਮਝਦਾ ਹੋ। ਜਦੋਂ ਅਸੀਂ ਲੋਕਾਂ ਦੇ ਵਿੱਚ ਜਾਂ ਆਲੇ ਦੁਆਲੇ ਆਪਣੇ ਵਿੱਚ ਮੋਹ, ਝੂਠ, ਗੁਮਾਨ ਇਹ ਦੇਖਦੇ ਹਾਂ, ਵਧਿਆ ਹੋਇਆ ਮੋਹ ਬੜੀ ਬਲਾ ਆ। ਝੂਠ ਉਦੋਂ ਵੱਡੀ ਅਲਾਮਤ ਹੈ। ਗੁਮਾਨ, ਹੰਕਾਰ, ਮੈਂ ਤੇ ਬਸ ਮੈਂ ਹੀ ਆ, ਮੇਰੇ ਵਰਗੀ ਬਲਾ ਕੌਣ ਆ। ਹੁਣ ਇਹ ਚੀਜ਼ਾਂ ਜਿਹੜੀਆਂ ਨੇ ਸਭ ਨੇ ਬਿਆਨ ਕੀਤਾ ਪੰਚ ਧਾਤ ਵਿੱਚ ਪਾਈ ਹਨ। ਇਹ ਪੰਚ ਧਾਤ ਜਿਹੜਾ ਇਹ ਪੰਜਾਂ ਚੋਰਾਂ ਦਾ ਸੰਕਲਪ ਆ, ਇਹ ਸਰੀਰ ਦੇ ਨਾਲ ਮਦਰ ਨੇਚਰ ਦੇ ਲਾ ਵਿੱਚ ਹੀ ਆਇਆ ਨਾਲ। ਉਹਨਾਂ ਦੀ ਮਿਸਾਲ ਮੋਹ, ਝੂਠ, ਗੁਮਾਨ, ਆਵੈ ਜਾਏ ਭਵਾਈ ਹੈ, ਮਨਮੁਖ ਗਿਆਨ। ਇਹ ਮਨ ਦਾ ਮੁਰੀਦ ਆ ਰਿਹਾ ਜਾ ਰਿਹਾ, ਵਿੱਚ ਰੀਕਾਰਨੇਸ਼ਨ ਹੋ ਰਹੀ ਲਗਾਤਾਰ ਇਸ ਤਰੀਕੇ ਦੇ ਨਾਲ। ਮਨਮੁਖ ਅਗਿਆਨ ਜਿਹੜਾ ਮਨ ਦੇ ਪਿੱਛੇ ਲੱਗਦਾ ਹੈ, ਇਹਨਾਂ ਚੀਜ਼ਾਂ ਨੂੰ ਤਰਜੀਹ ਨਹੀਂ ਦਿੰਦਾ, ਸਮਝਦਾ ਨਹੀਂ, ਇਨਫੋਰਮ ਨਹੀਂ ਕਰਦਾ ਆਪਣੀ ਹੋਣੀ ਨੂੰ ਉਸ ਰੂਪ ਵਿੱਚ ਸਾਧਨ ਵਾਸਤੇ। ਸਭ ਕਹਿੰਦੇ ਉਹ ਅਗਿਆਨ ਵਿੱਚ ਹੈ। ਇੱਕ ਨਾ ਆਪ ਬੁਝਾਇਨ ਗੁਰਮੁਖ ਹਰ ਗਿਆਨ, ਪਰ ਕਈਆਂ ਨੂੰ ਤਰਸ ਕਰਕੇ ਬੁਝਾ ਦਿੰਦਾ, ਸਮਝਾ ਦਿੰਦਾ, ਸਮਝਾਉਂਦਾ ਕਿ ਗੁਰਮੁਖ ਹਰ ਗਿਆਨ, ਗੁਰੂ ਆਸ਼ੇ ਵਾਲਾ ਉਹ ਸੱਚਾ ਗਿਆਨ ਜਿਹੜਾ ਜੀਵਨ ਨੂੰ ਬਦਲ ਸਕਦਾ ਹੈ। ਭਗਤ ਖਜ਼ਾਨਾ ਬਖਸ਼ਿਓਨ ਹਰ ਨਾਮ ਨਿਧਾਨ, ਇਹੀ ਭਗਤੀ ਦਾ ਖਜ਼ਾਨਾ ਆ, ਇਹੀ ਹਰ ਨਾਮ ਨਿਧਾਨ ਆ। ਅਸਲ ਵਿੱਚ ਇਸ ਜੀਵਨ ਦੀ ਸਮਝ ਆ ਜਾਣੀ ਤੇ ਇਹਦੇ 'ਚ ਆਪਣੇ ਰੋਲ ਨੂੰ ਪਛਾਣ ਕੇ ਉਸ ਨੂੰ ਜੀ ਸਕਣਾ, ਇਹ ਸਿੱਖੀ ਹੈ, ਇਹ ਧਰਮ ਹੈ। ਗੁਰੂ ਮਹਾਰਾਜ ਇਹਦੀ ਵਿਆਖਿਆ ਇਹਨਾਂ ਬਚਨਾਂ ਦੇ ਵਿੱਚ ਕਰਦੇ। ਸਭ ਰਹਿਮਤ ਕਰਨ ਇਹ ਨਾਲ ਮੇ ਵਾਕਈ ਜੋ ਚੰਗੇਰੀ ਪ੍ਰੇਰਣਾ ਮਿਲੇ, ਅਸੀਂ ਗੁਰਮਤੀਏ ਹੋ ਸਕੀਏ। ਇੱਥੇ ਸਮਾਪਤੀ। ਇੱਕ ਵਾਰ ਫਿਰ ਅਰਦਾਸ ਹੈ ਉਸ ਕਿਸਾਨੀ ਸੰਘਰਸ਼ ਲਈ ਜੂਝ ਰਹੀਆਂ ਰੂਹਾਂ ਲਈ, ਮਾਈ ਭਾਈ ਲਈ, ਉਹਨਾਂ ਦੀ ਚੜ੍ਹਦੀ ਕਲਾ ਹੋਏ, ਉਹਨਾਂ ਨੂੰ ਸ਼ਫਾ ਮਿਲੇ, ਉਹਨਾਂ ਨੂੰ ਸਫਲਤਾ ਮਿਲੇ, ਉਹਨਾਂ ਨੂੰ ਮਾਲਕ ਦੇ ਦਰ ਤੋਂ ਇਹੋ ਜਿਹੀ ਤੌਫੀਕਤ ਮਿਲੇ, ਉਹ ਆਪਣੇ ਸੰਘਰਸ਼ ਨੂੰ ਉਸ ਮੁਕਾਮ ਤੱਕ ਪਹੁੰਚਾ ਸਕਣ। ਇੱਥੇ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।